ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ KTV ਤੇ ਮੈਂ ਹਾਂ ਜਗਜੀਤ ਸਿੰਘ ਜੀਤਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਨੂੰ ਜਿਹੜਾ ਅਸੀਂ ਕਰਨ ਜਾ ਰਹੇ ਹਾਂ, ਇਹਨੂੰ ਬਹੁਤ ਧਿਆਨ ਦੇ ਨਾਲ ਸੁਣਨਾ ਤੇ ਬਾਅਦ ਵਿੱਚ ਦੇਖਣਾ ਹੈ ਕਿ ਇੱਕ ਸਮਾਂ ਸਾਡੇ ਤੇ ਉਹ ਸਮਾਂ ਸੀ, ਵੈਸੇ ਤੇ ਹੁਣ ਵੀ ਕਹਿ ਸਕਦੇ ਹਾਂ ਕਿ ਜਿਹਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਮਾਵਾਂ ਦੇ ਨਵੇਂ ਜਿਹੜੇ ਕਿ ਨਵਜੰਮੇ ਬੱਚੇ ਜਾਂ ਮਾਤਾਵਾਂ ਸਾਡੀਆਂ ਜਾਂ ਭੈਣਾਂ ਦੇ ਸਿਰਾਂ ਦੇ ਸਾਈਂ, ਮਾਵਾਂ ਦੀਆਂ ਕੁੱਖਾਂ ਦੇ ਜਿਹੜੀਆਂ ਸੁਨੀਆਂ ਕਰ ਦਿੱਤੀਆਂ, ਭੈਣਾਂ ਦੇ ਸੁਹਾਗ ਲੁੱਟ ਲਗਾਏ, ਬਜ਼ੁਰਗਾਂ ਦੇ ਸਾਹਮਣੇ ਉਹਨਾਂ ਦੀਆਂ ਬੱਚੀਆਂ ਨੂੰ ਤਸ਼ੱਦਦ ਕੀਤਾ, ਉਹਨਾਂ ਨੂੰ ਬੇਪਤ ਕੀਤਾ। ਇੱਕੋ ਦੌਰ ਸੀਗਾ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇੱਕ ਪਾਸੇ ਸੰਤਾਂ ਦੀ ਸ਼ਹਾਦਤ ਹੋ ਜਾਂਦੀ ਹੈ, ਉਹਦੇ ਤੋਂ ਬਾਅਦ ਪੰਜਾਬ ਦੀ ਜਿਹੜੀ ਸਰਕਾਰ ਆ, ਜਿਹੜੀ ਉੱਥੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਉਂਦੀ ਹੈ। ਪਰ ਬੇਅੰਤ ਸਿੰਘ ਤੇ KPS ਗਿੱਲ ਦਾ ਦੌਰ ਤੇ ਬਾਅਦ ਚ ਆਉਂਦਾ, ਪਰ ਉਹਦੇ ਤੋਂ ਪਹਿਲਾਂ ਜਿਹੜਾ ਕਿ ਰਾਸ਼ਟਰਪਤੀ ਸ਼ਾਸਨ ਉੱਥੇ ਲਾਗੂ ਹੁੰਦਾ ਤੇ 84 ਤੋਂ ਬਾਅਦ ਖਾੜਕੂ ਧਿਰਾਂ ਵੀ ਜਿਹੜੀਆਂ ਇੱਕ ਪਾਸੇ ਸਰਗਰਮ ਨੇ, ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਲੱਖਾਂ ਮਾਵਾਂ ਦੀਆਂ ਕੁੱਖਾਂ ਉਜਾੜ ਦਿੱਤੀਆਂ ਗਈਆਂ। ਪੁਲਿਸ ਅਫਸਰ ਛੋਟੇ ਛੋਟੇ ਰੈਂਕ ਦੇ ਜਿਹੜੇ ਸਨ, ਉਹਨਾਂ ਨੂੰ ਵੀ ਖੁੱਲੀ ਛੁੱਟੀ ਸੀ ਵੀ ਜਿਹਨੂੰ ਮਰਜ਼ੀ ਚੱਕ ਕੇ ਤੁਸੀਂ ਜੋ ਮਰਜ਼ੀ ਕਰੋ। ਵੱਡੀਆਂ ਵੱਡੀਆਂ ਉਸ ਵੇਲੇ ਇਨਾਮ ਰੱਖੇ ਜਾਂਦੇ ਸੀਗੇ। ਇੱਕ ਕਹਿੰਦੇ ਸੁਣਨੇ ਚ ਇੱਥੇ ਤੱਕ ਆ ਵੀ ਇੱਕ ਕੜਾ ਤੇ ਦਸਤਾਰ ਤੁਸੀਂ ਲੈ ਆਓ, ਉਹਦੇ ਗਿਣਤੀ ਦੇ ਹਿਸਾਬ ਨਾਲ ਪੁਲਿਸ ਵਾਲਿਆਂ ਦੀਆਂ ਤਰੱਕੀਆਂ ਹੁੰਦੀਆਂ ਸਨ। ਇਸੇ ਤਰ੍ਹਾਂ ਦਾ ਇੱਕ ਅੱਜ ਜਿਹੜਾ ਵਾਕਿਆ, ਜਿਹੜਾ ਇੱਕ ਕੇਸ ਆ, ਅਸੀਂ ਤੁਹਾਡੀ ਸਾਹਮਣੇ ਰੱਖਣ ਜਾ ਰਹੇ ਹਾਂ। ਗੱਲ 1991 ਦੀ ਹੈ। ਪਿੰਡ ਜਸਪਾਲਪੁਰ, ਉੱਥੇ ਦੇ ਸਰਦਾਰ ਨੌਜਵਾਨ ਇੱਕ ਬਿਜਲੀ ਦੇ ਵਿੱਚ ਮੁਲਾਜ਼ਮ ਨੇ, ਸੰਤੋਖ ਸਿੰਘ, ਜਿਹੜੇ ਕਿ ਉਹਨਾਂ ਨੂੰ ਘਰੋਂ ਇੱਕ ਜਸਪਾਲ ਸਿੰਘ ਨਾਂ ਦਾ ਮੇਜਰ ਸਿੰਘ ਨਾਂ ਦਾ ਬੰਦਾ ਜਿਹੜਾ ਹੈ SHO ਸਦਰ ਥਾਣੇ ਤਰਨਤਾਰਨ ਤੋਂ ਆਣ ਕੇ ਚੱਕ ਕੇ ਲੈ ਜਾਂਦਾ। ਸਰਦਾਰ ਜਿਹੜੇ ਕਿ ਸੰਤੋਖ ਸਿੰਘ ਨੇ, ਉਹਨਾਂ ਦਾ ਬੱਚਾ ਜਿਹੜਾ ਮਹਿਜ਼ ਉਸ ਵੇਲੇ 1 ਸਾਲ ਦਾ ਦੱਸਣ ਚ, ਲਗਭਗ 12-14 ਮਹੀਨਿਆਂ ਦਾ ਉਹਨਾਂ ਦੇ ਕੁੱਖ ਦੇ ਵਿੱਚ ਉਹਨਾਂ ਨੇ ਕੁੱਛੜ ਚੱਕਿਆ ਹੋਇਆ ਸੀ। ਤੇ ਮਾਤਾ ਉਹਨਾਂ ਦੇ ਜਿਹੜੇ ਸਵਰਨ ਕੌਰ, ਉਹਨਾਂ ਦੇ ਪਤਨੀ ਨਾਲ ਜਿਹੜੀਆਂ ਦੋਨੇ ਨੂੰਹ ਸੱਸ ਜਿਹੜੀਆਂ ਸਾਰੇ ਜਦੋਂ ਕਿ ਬੰਦਾ ਸ਼ਾਮ ਨੂੰ ਘਰ ਨੂੰ ਕੰਮ ਤੇ ਆਉਂਦਾ, ਕੰਮ ਤੋਂ ਘਰ ਆਉਂਦਾ ਤੇ ਜਿਵੇਂ ਪਰਿਵਾਰਾਂ ਦੀ ਰੂਟੀਨ ਹੁੰਦੀ ਹੈ ਵੀ ਸਾਰੇ ਇਕੱਠੇ ਬਹਿੰਦੇ ਨੇ, ਬੱਚੇ ਨੂੰ ਖਿਲਾ ਰਹੇ ਨੇ, ਗੱਲਬਾਤ ਹੋ ਰਹੀ ਹੈ ਤੇ ਉਧਰੋਂ ਸ਼ਾਮ ਨੂੰ ਰੇਡ ਹੁੰਦੀ ਹੈ। ਜਿਹੜਾ ਕਿ ਮੇਜਰ ਸਿੰਘ ਸਦਰ ਥਾਣੇ ਦਾ SHO ਆ, ਉਹ ਰੇਡ ਕਰਦਾ ਤੇ ਭਾਈ ਸਾਹਿਬ ਉਹਨਾਂ ਨੂੰ, ਜਿਹੜਾ ਦੇਖੋ ਇਹ ਸਰਕਾਰੀ ਮੁਲਾਜ਼ਮ ਨੇ, ਇੱਥੇ ਇੱਕ ਬੜਾ ਵੱਡਾ ਸਵਾਲ ਪੈਦਾ ਹੁੰਦਾ, ਉੱਥੇ ਪੁਲਿਸ ਵਾਲਿਆਂ ਨੇ ਕਿਸੇ ਨੂੰ ਬਖਸ਼ਿਆ ਨਹੀਂ। ਮੋਹਰੇ ਵੀ ਮੁਲਾਜ਼ਮ ਜਿਹੜਾ ਉਹ ਸਰਕਾਰ ਦਾ ਹੀ ਹੈ, ਬਿਜਲੀ ਬੋਰਡ ਵੀ ਸਰਕਾਰ ਦੇ ਮਹਿਕਮੇ ਦਾ ਇੱਕ ਪਾਰਟ ਹੈ। ਜਿਹੜੇ ਉਹ ਮੁਲਾਜ਼ਮ ਨੇ, ਉਹਨਾਂ ਨੂੰ ਘਰੋਂ ਚੱਕ ਕੇ ਗਾਇਬ ਕਰ ਦਿੱਤਾ ਜਾਂਦਾ, ਉਹਨਾਂ ਨੂੰ ਤਸ਼ੱਦਦ ਕਰਕੇ ਉਹਨਾਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਜਾਂਦਾ। ਤੇ ਉਹਦੇ ਤੋਂ ਬਾਅਦ ਜਿਹੜਾ ਕਿ ਅੱਜ ਇੱਕ ਅਸੀਂ ਕੇਸ ਨੂੰ, ਜਿਹੜੇ ਨੂੰ ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ, ਉਹ 1991 ਦਾ ਇਹ ਕੇਸ ਹੈ। ਤੇ 31 ਸਾਲ ਬਾਅਦ ਜਾ ਕੇ ਉਸ ਜਿਹੜਾ ਕਿ ਇੰਸਪੈਕਟਰ ਹੈ ਜਾਂ SHO ਆ, ਜਿਹੜਾ ਮੇਜਰ ਸਿੰਘ ਹੈ, ਉਹਨੂੰ ਸਜ਼ਾ ਹੁੰਦੀ ਹੈ। ਪਰ ਇਹ ਜਿਹੜੇ ਇੰਨੇ ਲੰਬੇ ਸਮੇਂ ਦੇ ਵਿੱਚ ਕੀ ਕੁਛ ਹੁੰਦਾ, ਕਿੰਨੀ ਵਾਰ ਸਟੇਆਂ ਲਈਆਂ ਜਾਂਦੀਆਂ, ਕਿੰਨੀ ਵਾਰ ਕਿੰਨੇ ਹੱਥ ਕੰਡੇ ਅਪਣਾਏ ਜਾਂਦੇ ਆ। ਕਦੇ ਸੋਚ ਸਕਦੇ ਕਿ 21ਵੀਂ ਸਦੀ ਕਹਿੰਦੇ ਕਿ ਦੁਨੀਆ ਨੇ ਤਰੱਕੀ ਬਹੁਤ ਕਰ ਲਈ ਆ, ਪਰ ਜਿਨ੍ਹਾਂ ਦੇ ਬੱਚੇ ਚੱਕ ਉਹਨਾਂ ਮਾਵਾਂ ਦੀਆਂ ਕੁੱਖਾਂ ਜਾੜ ਦਿੱਤੀਆਂ ਗਈਆਂ, ਉਹ ਬੱਚਾ ਜਿਹੜਾ ਉਹਨਾਂ ਦਾ ਚੱਕਿਆ ਹੋਇਆ ਸੀ, ਉਹਨੇ ਆਪਣੇ ਪੇ ਦਾ ਮੁੜ ਕੇ ਮੂੰਹ ਹੀ ਨਹੀਂ ਦੇਖਿਆ, ਉਹਨੂੰ ਯਾਦ ਵੀ ਨਹੀਂ ਹੋਣਾ ਵੀ ਮੇਰਾ ਪੇ। ਇੱਕ ਤਸਵੀਰਾਂ ਤੋਂ ਹੀ ਦੇਖਿਆ, ਉਹ ਭੈਣ ਜਿਹਦੇ ਉਹ ਘਰ ਵਾਲਾ ਸੀਗਾ, ਉਹਦੀ ਜ਼ਬਾਨੀ ਜਿਹੜੀ ਆ ਉਹ ਗਾਲ ਦਿੱਤੀ ਗਈ, ਪਰ ਇੱਥੇ ਸੁਣਨ ਵਾਲਾ ਕੋਈ ਨਹੀਂ ਇਹ ਕੇਸ। ਪਰ ਫਿਰ ਵੀ ਕਿਤੇ ਆਪਾਂ ਇੱਕ ਵਾਰ ਜ਼ਰੂਰ ਕਹਿੰਦੇ ਹਾਂ, ਗੱਲ ਬੜੀ ਮਸ਼ਹੂਰ ਹੈ ਬਈ ਉਹਦੇ ਘਰ ਦੇਰ ਤਾਂ ਹੈ, ਅੰਧੇਰ ਨਹੀਂ। ਇਹ ਗੱਲ ਜਿਹੜੀ ਆ ਉਹ ਪੂਰੀ ਹੁੰਦੀ ਹੈ ਇੰਨੇ ਸਮੇਂ ਬਾਅਦ। ਉਸ ਨਾਮਰਾਦ ਜਿਹੜਾ ਬੰਦਾ, ਉਹ ਮੈਂ ਤੇ ਉਹਨੂੰ ਇਨਸਾਨ ਵੀ ਨਹੀਂ ਕਹੂੰਗਾ, ਵਹਿਸ਼ਤ ਜਿਹੜੀ ਉਹਨੇ ਕੰਮ ਕੀਤਾ, ਐਡਾ ਮਤਲਬ ਕਿ ਉਹਨੂੰ ਜਿਹੜੀ ਸਜ਼ਾ ਹੁੰਦੀ ਹੈ। ਇਹ ਸਾਰੇ ਕੇਸ ਦੇ ਵਿੱਚ ਕਿਵੇਂ ਗੱਲਬਾਤ ਹੁੰਦੀ ਹੈ, ਅੱਜ ਅਸੀਂ ਇਹਦਾ ਪਰਦਾਫਾਸ਼ ਜਾਂ ਅਸੀਂ ਤੁਹਾਨੂੰ ਇਹ ਸਾਰੀ ਲੰਬੀ ਦਾਸਤਾਨ ਤੁਹਾਡੇ ਸਾਹਮਣੇ ਰੱਖਾਂਗੇ। ਤੇ ਜਿਹੜੀ ਇਹ ਗੱਲ ਹੈ, ਜਿਹਦੇ ਵਿੱਚ ਖਾਸ ਕਰਕੇ ਜ਼ਰੂਰਤ ਹੁੰਦੀ ਹੈ ਵਕੀਲਾਂ ਦੀ, ਗੱਲ ਹੁੰਦੀ ਹੈ ਜਿਨ੍ਹਾਂ ਨੇ ਗਰਾਊਂਡ ਲੈਵਲ ਤੇ ਕੰਮ ਕਰਨਾ। ਅੱਜ ਇਸ ਪ੍ਰੋਗਰਾਮ ਦੇ ਵਿੱਚ ਇੱਕ ਪਾਸੇ ਪੰਜਾਬ ਦੀ ਧਰਤੀ ਤੋਂ, ਜਸਪਾਲਪੁਰ ਤੋਂ ਉਹਨਾਂ ਦੇ ਮਾਤਾ ਜਿਹੜੇ ਆ
ਮਾਤਾ ਸੰਤੋਖ ਸਿੰਘ ਦੇ ਮਾਤਾ ਸਵਰਨ ਕੌਰ ਜੀ ਤੇ ਨਾਲ ਉਹਨਾਂ ਦੇ ਸਰਦਾਰ ਬਲਜਿੰਦਰ ਸਿੰਘ ਬਾਜਵਾ ਜਿਹੜੇ ਉਹਨਾਂ ਦੇ ਘਰ ਗ੍ਰਹਿ ਵਿਖੇ ਉਹ ਵੀ ਸੀਨੀਅਰ ਐਡਵੋਕੇਟ ਨੇ। ਇੰਡੀਆ ਤੋਂ ਹੀ ਦੂਜੇ ਪਾਸੇ ਸਾਡੇ ਨਾਲ ਮੇਰੇ ਹੀ ਸਰਨਾਮਿਆਂ ਜਗਜੀਤ ਸਿੰਘ ਬਾਜਵਾ ਸਾਹਿਬ, ਉਹ ਵੀ ਐਡਵੋਕੇਟ ਨੇ। ਤੇ ਤੀਜੇ ਪਾਸੇ ਇੰਗਲੈਂਡ ਦੀ ਧਰਤੀ ਤੋਂ ਜਿਹੜੇ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚੋਂ ਸਾਡੇ ਸਰਦਾਰ ਸਤਨਾਮ ਸਿੰਘ ਬੈਂਸ, ਲਾਪਤਾ ਪੰਜਾਬ। ਇਹ ਲਾਪਤਾ ਸ਼ਬਦ ਜਿਹੜਾ ਨਾ, ਲਾਪਤਾ, ਇਹਨਾਂ ਨੇ ਬਹੁਤ, ਜਿੱਥੇ ਜਸਵੰਤ ਸਿੰਘ ਖਾਲੜਾ ਦੀ ਹਿਊਮਨ ਰਾਈਟ ਕਮੇਟੀ ਨੇ ਕੰਮ ਕੀਤਾ, ਉਹਦੇ ਨਾਲ ਰਲ ਕੇ ਇਹ ਨੌਜਵਾਨ ਇੰਗਲੈਂਡ ਦੀ ਧਰਤੀ ਤੋਂ ਛੱਡ ਕੇ ਆਪਣੀਆਂ ਵਧੀਆ ਜੌਬਾਂ, ਵਧੀਆ ਭਵਿੱਖ, ਹੋ ਸਕਦਾ ਹੈ 8-10 ਦਫ਼ਤਰ ਇਹਦੇ ਭਾਈ ਸਤਨਾਮ ਸਿੰਘ ਬੈਂਸ ਦੇ ਹੁੰਦੇ, ਪਰ ਜਿਹੜੀ ਗੱਲ ਚੁਣੀ ਆ ਕਿ ਇਹ ਉਹਦੇ ਨਾਲ ਹੀ ਰਲਦੀ ਮਿਲਦੀ ਖਾਲੜਾ ਸਾਹਿਬ ਦੇ ਨਾਲ ਹੀ, ਕਿ ਲਾਪਤਾ ਮਤਲਬ ਜਿਹੜੇ ਮਿਸਿੰਗ ਹੀ ਨੇ। ਇਹ ਬੜੇ ਕੇਸ, ਬੜੀ ਜਦੋਂ ਇਹਨਾਂ ਦੀ ਗੱਲਬਾਤ ਸੁਣਦੇ ਆ, ਬਹੁਤ ਇਮਾਨਦਾਰੀ ਦੇ ਨਾਲ ਇਹ ਬੰਦੇ ਜਿਹੜੇ ਕੰਮ ਕਰ ਰਹੇ ਨੇ। ਸਾਰਿਆਂ ਨੂੰ ਮੈਂ ਪਹਿਲਾਂ ਤਾਂ ਜਿਉ ਆਇਆ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਵਿੱਚ ਸਰਦਾਰ ਜਗਜੀਤ ਸਿੰਘ ਬਾਜਵਾ ਸਾਹਿਬ, ਤੁਹਾਨੂੰ ਤਕਰੀਬਨ ਇਹ ਕੇਸ ਦਾ ਪਤਾ, ਕਿਉਂਕਿ ਉੱਥੇ ਨੈਟਵਰਕ ਡਾਊਨ ਹੈ, ਦੱਸਦੇ ਵੀ ਆਵਾਜ਼ ਨਹੀਂ ਸੁਣ ਰਹੀ। ਮੈਂ ਤੁਹਾਡੇ ਕੋਲ ਜਾਣਾ ਚਾਹੁੰਦਾ ਵੀ ਅਸਲ 'ਚ ਤੁਹਾਨੂੰ ਤੇ ਪਤਾ ਵੀ ਕਿਵੇਂ ਇਹ ਗੱਲ ਹੋਈ, ਕੀ ਗੱਲ ਸੀ, ਕਿਵੇਂ ਉਹ ਜਿਹੜਾ SHO ਆ, ਕਿਹੜੇ ਇਲਜ਼ਾਮ ਥੱਲੇ ਭਾਈ ਸਾਹਿਬ ਉਹਨਾਂ ਨੂੰ ਲੈ ਕੇ ਜਾਂਦਾ, ਮੈਂ ਤੁਹਾਡੇ ਕੋਲ ਜਾਣਾ ਚਾਹੁੰਦਾ। ਵੇਖੋ ਜੀ, ਜਿਹੜਾ ਇਲਜ਼ਾਮ ਦੀ ਗੱਲ ਕਰਦੇ ਜੇ, ਇਲਜ਼ਾਮ ਤੇ ਉਹ 29 ਸਾਲਾਂ ਦੇ ਵਿੱਚ ਕੋਈ ਕੋਰਟ ਦੇ ਵਿੱਚ ਵੀ ਨਹੀਂ ਦੱਸ ਸਕੇ ਵੀ ਆਹ ਸੰਤੋਖ ਸਿੰਘ ਦੇ ਉੱਤੇ ਜਿਹੜਾ ਇਲਜ਼ਾਮ ਸੀ, ਤੇ ਇਸ ਲਈ ਉਸ ਨੂੰ ਅਰੈਸਟ ਕੀਤਾ ਗਿਆ। ਇਹ ਤੇ 31/7/1991 ਨੂੰ ਜਿਹੜਾ ਇੰਸਪੈਕਟਰ ਮੇਜਰ ਸਿੰਘ ਸਦਰ ਥਾਣਾ ਤਰਨਤਾਰਨ ਦਾ ਸੀ, ਉਹਨੇ ਵਿਦ ਪੁਲਿਸ ਪਾਰਟੀ ਨਾਲ ਆਇਆ ਪਿੰਡ ਜਸਪਾਲ ਦੇ ਵਿੱਚ, ਤੇ ਉਸ ਟਾਈਮ 8:30 ਵਜੇ ਦਾ ਸ਼ਾਮ ਦਾ ਸਮਾਂ ਸੀ। ਜਿਹੜਾ ਸੰਤੋਖ ਸਿੰਘ ਪੰਜਾਬ ਬਿਜਲੀ ਬੋਰਡ ਦੇ ਵਿੱਚ ਜਿਹੜਾ ਸਰਵਿਸ ਕਰਦੇ ਸੀ, ਉਹ ਘਰ ਆਏ ਤੇ ਉਹਨਾਂ ਨੂੰ ਮਾਤਾ ਤੇ ਉਹਨਾਂ ਦੀ ਪਤਨੀ ਦੇ ਸਾਹਮਣੇ ਜਿਹੜਾ ਵਾ ਉਹ ਚੁੱਕ ਕੇ ਤਰਨਤਾਰਨ ਸਦਰ ਥਾਣੇ ਲੈ ਗਏ, ਤੇ ਇਹ ਕਹਿ ਗਏ ਵੀ ਤੁਸੀਂ ਇਹਨਾਂ ਨੂੰ ਅਸੀਂ ਇੱਕ ਕੇਸ ਦੇ ਵਿੱਚ ਪੁੱਛਗਿੱਛ ਕਰਨੀ ਹੈ, 1-2 ਦਿਨ ਬਾਅਦ ਪੁੱਛਗਿੱਛ ਕਰਕੇ ਤੇ ਛੱਡ ਦਾਂਗੇ। ਅਗਲੇ ਦਿਨ ਮਾਤਾ ਕੁਛ ਮੋਹਤਬਰ ਬੰਦਿਆਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਜਾ ਕੇ SHO ਮੇਜਰ ਸਿੰਘ ਨੂੰ ਮਿਲਦੇ ਆ ਸਦਰ ਥਾਣੇ ਤਰਨਤਾਰਨ ਦੇ ਵਿੱਚ, ਤੇ ਉਹ ਵਿਸ਼ਵਾਸ ਦਿਵਾਉਂਦਾ ਵੀ 1-2 ਦਿਨਾਂ ਦੇ ਵਿੱਚ ਅਸੀਂ ਜਿਹੜੇ ਆਪਣੀ ਪੁੱਛਗਿੱਛ ਕਰਕੇ ਤੇ ਛੱਡ ਦਾਂਗੇ। ਇਹ ਜਿਹੜਾ ਸਿਲਸਿਲਾ ਵਾ ਲਗਾਤਾਰ 10 ਦਿਨ ਚੱਲਦਾ। ਉਸ ਤੋਂ ਬਾਅਦ ਉਹ ਜਿਹੜਾ ਵਾ ਆਪਣੀਆਂ ਘਟੀਆ ਹਰਕਤਾਂ ਦੇ ਉੱਤੇ ਆ ਜਾਂਦਾ। ਮਾਤਾ ਨੂੰ ਜਾਂ ਜਿਹੜੀ ਪੰਚਾਇਤ ਜਾਂਦੀ ਆ ਉਹਨੂੰ ਉੱਥੋਂ ਗਾਲਾਂ ਕੱਢ ਕੇ ਥਾਣੇ ਦੇ ਵਿੱਚੋਂ ਭਜਾ ਦਿੱਤਾ, ਤੇ ਇਹ ਕਿਹਾ ਗਿਆ ਵੀ ਅਸੀਂ ਤੁਹਾਡਾ ਬੰਦਾ ਜਿਹੜਾ ਵਾ ਲਿਆਂਦਾ ਹੀ ਨਹੀਂ ਆ। ਉਸ ਤੋਂ ਬਾਅਦ ਮਾਤਾ ਜਿਹੜੀ ਹੈਗੀ ਉੱਥੇ SP ਆਪਰੇਸ਼ਨ ਸੀ ਖੂਬੀ ਰਾਮ, ਜਿਹੜਾ ਪਿਛਲੇ ਟਾਈਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸਿਕਿਉਰਿਟੀ ਐਡਵਾਈਜ਼ਰ ਵੀ ਰਿਹਾ ਵਾ, ਤੇ ਹੋਰ ਵੀ ਕਈ ਪੋਸਟਾਂ ਦੇ ਉੱਚ ਅਹੁਦਿਆਂ ਤੇ ਉਹ ਰਿਹਾ ਵਾ। ਤੇ ਇੱਕ SSP ਨਰਿੰਦਰਪਾਲ ਸਿੰਘ ਸੀ ਉਸ ਟਾਈਮ ਤਰਨਤਾਰਨ ਦਾ, ਉਹਨੂੰ ਵੀ ਜਾ ਕੇ ਮਿਲਿਆ, ਤੇ ਉਹਨਾਂ ਵੀ ਇਹ ਗੱਲ ਨਹੀਂ ਕਹੀ ਵੀ ਮੇਜਰ ਸਿੰਘ ਹੈਗਾ ਨਹੀਂ, ਸੰਤੋਖ ਸਿੰਘ ਸਾਡੀ ਹਿਰਾਸਤ ਵਿੱਚ ਨਹੀਂ ਆ। ਉਹ ਵੀ ਇਹ ਕਹਿੰਦੇ ਰਹੇ ਵੀ ਕੁਛ ਦਿਨ ਪੁੱਛਗਿੱਛ ਤੋਂ ਬਾਅਦ ਉਹਨੂੰ ਛੱਡ ਦੇਵਾਂਗੇ। ਇਹ ਸਿਲਸਿਲਾ ਜਦੋਂ ਕਾਫੀ ਦਿਨਾਂ ਤੱਕ ਚੱਲਦਾ ਰਿਹਾ ਤੇ ਮਾਤਾ ਨੂੰ ਕੋਈ ਆਸ ਨਾ ਬੱਝੀ। ਉਸ ਤੋਂ ਬਾਅਦ ਇਹਨੇ ਕਹਿ ਦਿੱਤਾ ਵੀ ਸਾਡੇ ਕੋਲ ਹੈ ਹੀ ਨਹੀਂ ਆ, ਤੇ ਮਾਤਾ ਕਈ ਥਾਵਾਂ ਤੇ ਉਸ ਟਾਈਮ ਦੇ ਆਪਣੀ ਜਿਹੜੀ ਕਾਰਵਾਈ ਕਰਦੀ ਰਹੀ, ਪੁਲਿਸ ਦੇ ਉੱਚ ਅਫਸਰਾਂ ਨੂੰ ਵੀ ਮਿਲਦੀ ਰਹੀ, SGPC ਦੇ ਤੇ ਜਿਹੜੇ ਹੋਰ ਧਾਰਮਿਕ ਜਥੇਬੰਦੀਆਂ ਜਾਂ ਬਾਕੀ ਨੁਮਾਇੰਦੇ ਸੀ ਉਹਨਾਂ ਨੂੰ ਵੀ ਮਿਲਦੀ ਰਹੀ। SGPC ਨੂੰ ਵੀ ਇੱਕ ਲੈਟਰ ਮਾਤਾ ਨੇ ਉਸ ਟਾਈਮ ਲਿਖੀ, ਜਿਹੜੀ ਕਿ ਕੇਸ ਦਾ ਵੀ ਰਿਕਾਰਡ ਹੈਗਾ ਜੀ। ਉਸ ਤੋਂ ਬਾਅਦ ਮਾਤਾ ਨੇ 1909 ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਹੈਬਿਸ ਕਾਰਪਸ ਪਾਈ, ਜਿਹੜੀ ਕਿ ਉਹਦੇ ਤੇ ਸੁਣਵਾਈ ਹੁੰਦਿਆਂ 2 ਸਾਲ ਬਾਅਦ ਉਹ ਜਿਹੜਾ ਕੇਸ ਆ CBI ਨੂੰ ਹਾਈ ਕੋਰਟ ਨੇ ਦੇ ਦਿੱਤਾ। CBI ਨੇ ਇਨਵੈਸਟੀਗੇਟ ਕਰਕੇ 1998 ਦੇ ਵਿੱਚ ਉਹਦੀ ਜਿਹੜੀ ਆ FIR ਰਜਿਸਟਰ ਕਰਕੇ ਤੇ ਜਿਹੜਾ ਚਲਾਨ ਆ 1999 ਦੇ ਵਿੱਚ CBI ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ, ਜਿਹਦੇ ਵਿੱਚ ਕਿ ਕੱਲਾ ਮੇਜਰ ਸਿੰਘ ਨੂੰ ਹੀ ਉਹਨੇ ਮੁਲਜ਼ਮ ਬਣਾਇਆ। ਬਾਕੀ ਜਿਹੜੀ ਪੁਲਿਸ ਪਾਰਟੀ ਉਹ ਸਾਰੀ ਛੱਡ ਦਿੱਤੀ ਗਈ।
2005 ਤੱਕ ਇਸ ਕੇਸ ਦੇ ਵਿੱਚ ਜਿਹੜੀਆਂ ਵਾ 17 ਗਵਾਹੀਆਂ ਹੋਈਆਂ, ਜਿਹੜਾ ਕਿ ਉਹ ਵੀ ਪੁਲਿਸ ਦਾ ਪੂਰਾ ਉਸ ਟਾਈਮ ਜ਼ੋਰ ਸੀ, ਜਦੋਂ ਕਿ ਬੰਦੇ ਦਾ ਕੋਈ ਮੁੱਲ ਨਹੀਂ, ਜਿੱਥੇ ਜੀ ਕਰਦਾ ਸੀ ਬੰਦੇ ਨੂੰ ਗੋਲੀ ਮਾਰ ਸਕਦੇ ਸੀ। ਤੇ ਪਰ ਇਹ ਜਿਹੜਾ ਪਰਿਵਾਰ ਆ, ਪੁਲਿਸ ਦੇ ਤਸ਼ੱਦਦ ਤੋਂ ਹੁੰਦਿਆਂ ਹੋਇਆਂ ਵੀ ਡਟਿਆ ਰਿਹਾ। ਤੇ ਮਾਤਾ ਜਿਹੜੀ ਵਿਧਵਾ ਸੀ, ਆਪਣੇ ਪੁੱਤਰ ਦੀ ਭਾਲ ਦੀ ਖਾਤਰ ਜਿਹੜੀ ਆ ਉਹ ਦਰ ਦੀਆਂ ਠੋਕਰਾਂ ਖਾ ਕੇ ਵੀ ਕੋਰਟ ਦਾ ਜਿਹੜਾ ਸਾਰਾ ਗਵਾਹੀਆਂ ਕਰਾਉਂਦੀ ਰਹੀ। 2005 ਤੋਂ ਬਾਅਦ ਇਹ ਜਿਹੜਾ ਕੇਸ ਆ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਟੇ ਕਰ ਦਿੱਤਾ। ਅੱਛਾ ਜੀ। ਉਸ ਤੋਂ ਬਾਅਦ ਇਹ ਜਿਹੜਾ ਵਾ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ 2016 ਤੱਕ ਸਟੇ ਰਿਹਾ। 16 ਦੇ ਵਿੱਚ ਇਹ ਜਿਹੜੀ ਸਟੇ ਆ ਉੱਥੋਂ ਖਤਮ ਹੋਈ, ਤੇ ਫੇਰ ਦੁਬਾਰਾ ਇਹਦਾ ਜਿਹੜਾ ਟ੍ਰਾਇਲ ਚਾਲੂ ਹੋਇਆ। ਟ੍ਰਾਇਲ ਚਾਲੂ ਹੋਣ ਤੋਂ ਬਾਅਦ ਜਦੋਂ ਇਹਦੀ ਜਿਹੜੀ ਫਾਈਨਲ ਆਰਗੂਮੈਂਟ ਜਿੱਦਣ ਹੋਣੀ ਸੀ ਨਵੰਬਰ 2019 ਦੇ ਵਿੱਚ, ਉਸ ਦਿਨ ਜਿਹੜਾ ਮੁਲਜ਼ਮ ਸੀ ਉਹ ਦੁਬਾਰਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਸਟੇ ਲੈ ਆਇਆ। ਤੇ ਜਿਹੜਾ ਇਹਦਾ ਪ੍ਰੋਸੈਸ ਭਾਜੀ 2019 ਚ, ਹਾਂਜੀ ਨਵੰਬਰ 2019 ਦੇ ਵਿੱਚ ਜੀ, ਠੀਕ ਆ। ਨਵੰਬਰ 2019 ਤੋਂ ਬਾਅਦ ਜਿਹੜਾ ਇਹ ਆ, ਨਵੰਬਰ 21 ਦੇ ਵਿੱਚ ਫਿਰ ਹਾਈ ਕੋਰਟ ਦੇ ਵਿੱਚੋਂ ਇਹ ਸਟੇ ਵਕੇਟ ਹੋਇਆ, ਤੇ ਹਾਈ ਕੋਰਟ ਨੇ ਟਾਈਮ ਬਾਉਂਡ ਕਰਤਾ ਵੀ 2 ਮਹੀਨਿਆਂ ਦੇ ਵਿੱਚ ਜਿਹੜਾ ਇਹਦਾ ਫੈਸਲਾ ਹੋਣਾ ਚਾਹੀਦਾ। ਤੇ ਇਹ 2 ਮਹੀਨਿਆਂ ਦੇ ਵਿੱਚ ਹੁਣ CBI ਕੋਰਟ ਨੇ ਇਹਦਾ ਫੈਸਲਾ 31/1/2022 ਨੂੰ ਜਿਹੜਾ ਸੁਣਾਇਆ। ਤੇ ਉਹਦੇ ਵਿੱਚ ਜਿਹੜਾ ਮੇਜਰ ਸਿੰਘ ਸੀ ਉਹਨੂੰ ਨਗੂਣੀ ਜੀ 10 ਸਾਲ ਦੀ ਜਿਹੜੀ ਆ ਸਜ਼ਾ ਹੋਈ ਆ, ਕਿਉਂਕਿ ਕੋਰਟ ਦੇ ਵਿੱਚ ਜੋ ਸਾਬਤ ਹੋ ਸਕਦਾ ਸੀ, CBI ਨੇ ਜਿਹੜੀ ਚਾਰਜਸ਼ੀਟ ਪੇਸ਼ ਕੀਤੀ ਸੀ ਉਹਦੇ ਵਿੱਚ 344 ਤੇ 364 ਜਿਹੜੀ ਧਾਰਾ ਲਾਈ ਸੀ, 302 ਨਹੀਂ ਸੀ ਲੱਗੀ। ਇਹ ਸਾਰਾ ਕੇਸ ਹੀ। ਅੱਛਾ, ਇਹ ਜਿਹੜਾ ਕੇਸ ਹੈ ਸਾਰਾ, ਹੁਣ ਪਹਿਲਾਂ ਤੁਸੀਂ ਥੋੜਾ ਜਿਹਾ, ਮੈਂ ਮਾਤਾ ਜੀ ਨਾਲ ਅਸੀਂ WhatsApp ਤੇ ਕਾਲ ਆਈ ਹੈ ਕਿ ਮੈਂ ਚਾਹੁੰਦਾ ਸੀ ਵੀ ਮਾਤਾ ਜੀ ਕੋਲੋਂ ਆਪਾਂ ਗੱਲ ਪੁੱਛੀਏ, ਇਤੋਂ ਫਿਰ ਤੁਹਾਡੇ ਨਾਲ ਬਾਅਦ ਚ ਆਪਾਂ ਸਟਾਰਟ ਕਰਦੇ ਹਾਂ। ਅਸੀਂ ਹੁਣ ਫਿਰ ਕਨੈਕਟ ਦੁਬਾਰੇ ਕੋਸ਼ਿਸ਼ ਕਰ ਰਹੇ ਹਾਂ ਕਿ ਮਾਤਾ ਜਿਹੜੇ ਸਵਰਨ ਕੌਰ ਜੀ ਜਿਹੜੇ ਸਾਡੇ ਨਾਲ ਜੁੜੇ ਨੇ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਾਤਾ ਜੀ, ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ, ਵੈਸੇ ਹੈ ਤੇ ਬਹੁਤ ਔਖਾ ਵੀ ਉਸ ਸਮੇਂ ਦੇ ਜਦੋਂ ਤੁਹਾਡੇ ਬੇਟੇ ਨੂੰ ਲੈਣ ਆਉਂਦੀ ਆ ਪੁਲਿਸ, ਤੇ ਉਸ ਦਿਨ ਥੋੜਾ ਜਿਹਾ ਜ਼ਰੂਰ ਸਾਨੂੰ ਦੱਸਿਓ, ਸੰਗਤਾਂ ਵੀ ਜਾਣਨਾ ਚਾਹੁੰਦੀਆਂ ਨੇ ਅਸਲ 'ਚ ਹੋਇਆ ਕੀ ਸੀ ਉਸ ਦਿਨ। ਜਦੋਂ ਲੈਣ ਆਈ ਸੀ ਉਦੋਂ ਕੀ ਜੀ ਜੀ ਮੈਂ ਪੁੱਛਿਆ ਵੀ ਕਿੱਥੇ ਖਾਣਾ, ਇਹਨਾਂ ਆਖਿਆ ਸੱਤ ਥਾਣੇ ਆਣ ਕੇ ਪੁੱਛ ਲਿਓ। ਮੈਂ ਜਾਂਦੀ ਰਹੀ ਉੱਥੇ, ਮੈਨੂੰ ਕੋਈ ਸਿਰ ਮੂੰਹ ਨਹੀਂ ਦਿੱਤਾ, ਦਬਕਾ ਹੀ ਰੱਖਦੇ ਰਹੇ ਆ। ਉਦੋਂ ਬੇਟਾ ਡਰਾਵਾ ਵੀ ਬੜਾ ਸੀ ਤੇ ਮੌਤ ਦਾ ਡਰ ਵੀ ਬੜਾ ਸੀ, ਪਰ ਮੈਂ ਖੜਾ ਨਹੀਂ ਛੱਡਿਆ। ਮਾਤਾ ਜੀ, ਅਸੀਂ ਜਿਹੜਾ ਜੋ ਤੁਹਾਡੇ ਤੇ ਜਿਹੜੇ ਸਾਡੇ ਵੀਰ ਨਾਲ ਭਰਾ ਨਾਲ ਤਸ਼ੱਦਦ ਜੋ ਉਹਦੇ ਤੇ ਹੋਇਆ, ਉਹ 'ਚ ਅਸੀਂ ਇੰਨਾ ਹੀ ਕਰ ਸਕਦੇ ਹਾਂ ਬਈ ਲੋਕਾਂ ਨੂੰ ਜ਼ਰੂਰ ਇਹ ਦੱਸੋ ਬਈ ਜਿਹੜਾ ਕਿ ਉਸ ਸਮੇਂ ਦਾ SHO ਜਿਹੜਾ ਸੀਗਾ, ਤੁਸੀਂ ਹੋਰ ਕਿਹਨਾਂ ਲੋਕਾਂ ਦੇ ਨਾਲ ਪਹੁੰਚ ਕੀਤੀ? ਹੈਲੋ। ਬੜੇ ਮੈਨੂੰ ਦੌਕੇ ਤੇ ਦਿੰਦੇ ਰਹੇ ਆ ਡਰਾਵੇ, ਤੇ ਮੈਂ ਪਰ ਫਿਰ ਵੀ ਆਪਣਾ ਜੋ ਵੀ ਹੋਇਆ ਮੈਂ ਕਰਦੀ ਰਹੀ ਆ। ਪਰ ਮਾਤਾ ਜੀ, ਮੈਂ ਇੱਕ ਜ਼ਰੂਰ ਤੁਹਾਡੇ ਕੋਲ ਗੱਲ ਪੁੱਛਾਂਗਾ, ਥੋੜਾ ਨੈਟਵਰਕ ਵੀ ਥੋੜੀ ਪ੍ਰੋਬਲਮ ਆ, ਅਸੀਂ ਤੁਹਾਡੇ ਨਾਲ ਆਣ ਕੇ ਇੰਟਰਵਿਊ ਜ਼ਰੂਰ ਪਰਸਨਲ ਮੇਰੀ ਟੀਮ ਕਰੂਗੀ। ਮੈਂ ਜਾਣਨਾ ਚਾਹੁੰਦਾ ਬਈ ਜਿਹੜੀ ਸਜ਼ਾ ਹੁਣ ਇੰਨੇ ਸਾਲਾਂ ਬਾਅਦ ਮਿਲੀ ਆ ਉਸ ਸ਼ਖਸ ਨੂੰ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਿਹੜੀ ਬਹੁਤ ਘੱਟ ਸਜ਼ਾ ਮਿਲੀ ਆ, ਉਹ ਵੀ ਇੰਨੇ ਸਾਲ ਹੋ ਗਏ ਨੇ, ਤੁਸੀਂ ਇਸ ਫੈਸਲੇ ਨਾਲ ਤੁਸੀਂ ਖੁਸ਼ ਹੋ ਜੀ? ਹਾਂਜੀ ਵੀਰ ਜੀ, ਮੈਂ ਕਿਹਾ ਜੀ ਮੈਂ ਜਾਣਨਾ ਚਾਹੁੰਦਾ ਮਾਤਾ ਜੀ ਕੋਲੋਂ, ਸਰਦਾਰ ਬਲਜਿੰਦਰ ਸਿੰਘ ਜੀ, ਬਈ ਜਿਹੜਾ ਫੈਸਲਾ ਆਇਆ ਹੁਣ
ਇਹ ਫੈਸਲੇ ਬਾਰੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਨੇ? ਮਾਤਾ ਜੀ, ਮੈਨੂੰ ਪਤਾ ਵੀ ਪੁੱਤਰ ਵੀ ਗਿਆ, ਇੰਨੇ ਦਰ ਦੀਆਂ ਠੋਕਰਾਂ ਖਾਧੀਆਂ, ਪਰਿਵਾਰ ਨੂੰ ਵੀ ਚਲਾਉਣਾ, ਉਧਰ ਪੋਤਾ ਛੋਟਾ ਹੈ, ਨੂੰਹ ਦਾ ਸਾਰਾ ਪਰਿਵਾਰ ਦਾ ਖਰਚਾ, ਉਧਰ ਮਾਤਾ ਜੀ ਦੇ ਆਪਣੇ ਸਾਡੇ ਬਾਪੂ ਜੀ ਵੀ ਹੈ ਨਹੀਂ, ਵੀ ਜਿਹੜਾ ਹੁਣ ਫੈਸਲਾ ਅਦਾਲਤ ਨੇ ਕੀਤਾ ਇੰਨੇ ਸਮੇਂ ਬਾਅਦ, ਮਾਤਾ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ? ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਜਿਸ ਤਰ੍ਹਾਂ ਘਰ ਦੇ ਸੱਚੀ ਬੋਲੋ ਨਾ। ਹਾਂਜੀ, ਉਹ ਫੈਸਲਾ ਕੋਈ ਹੱਕ ਚ ਨਹੀਂ ਕੀਤਾ ਮੇਰੇ ਨੇ, ਅਧੂਰਾ ਹੀ ਹੋਇਆ ਵਾ। ਅੱਛਾ ਜੀ। ਬਾਕੀ ਜਿਹੜਾ ਮੈਂ ਜ਼ਰੂਰ, ਮੈਨੂੰ ਪਤਾ ਅਸੀਂ ਸਿਰਫ ਜਾਣਨਾ ਤੁਹਾਡੇ ਤੋਂ ਤਾਂ ਚਾਹੁੰਦੇ ਹਾਂ ਬਈ ਉਹਨਾਂ ਮਾਵਾਂ ਨੂੰ, ਉਹਨਾਂ ਭੈਣਾਂ ਨੂੰ, ਦੁਨੀਆ ਜਿਹੜੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਨਾਲੇ ਤਸ਼ੱਦਦ ਹੋਇਆ, ਕਿਸੇ ਨਾਲ ਵੱਧ ਹੋਇਆ, ਕਿਸੇ ਨਾਲ ਘੱਟ ਹੋਇਆ, ਦੁਨੀਆ ਭਰ ਦੇ ਵਿੱਚ ਸੁਣਵਾਈ ਨਹੀਂ ਹੋਈ। ਪਹਿਲੀ ਗੱਲ ਤਾਂ ਇਹ ਵੱਡੀ ਸਭ ਤੋਂ ਗੱਲ ਆ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੋਕ ਉਹਨਾਂ ਮਾਤਾਵਾਂ ਭੈਣਾਂ ਨੂੰ ਜਿਨ੍ਹਾਂ ਦੇ ਲੱਖਾਂ ਮਾਵਾਂ ਦੇ ਪੁੱਤ ਜਿਹੜੇ ਮਾਰ ਦਿੱਤੇ ਗਏ ਘਰੋਂ ਚੱਕ ਕੇ, ਕਿ ਜਿਹੜੀ ਤੁਸੀਂ ਇੰਨੀ ਲੰਬਾ ਸਮਾਂ ਲੜਾਈ ਲੜੀ ਹੈ, ਤੇ ਜਿਹੜੇ ਲੋਕ ਹਲੇ ਚੁੱਪ ਵੀ ਬੈਠੇ ਨੇ, ਮੈਨੂੰ ਇਹ ਵੀ ਪਤਾ ਵੀ ਬਹੁਤ ਆ ਹਲੇ ਚੁੱਪ ਵੀ ਬੈਠੇ ਨੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਇਹ ਨਜਾਇਜ਼ ਹੀ ਹੋਈ ਆ, ਜਾਇਜ਼ ਥੋੜੀ ਹੋਈ ਆ। ਉਹਨਾਂ ਵੀ ਕੇਸ ਕਰਨ। ਹਾਂਜੀ ਭਾਜੀ, ਮੈਂ ਨਾ ਤੁਹਾਡੀ ਗੱਲ ਮਾਤਾ ਜੀ ਦੇ ਜਵਾਈ ਨਾਲ ਮਲਕੀਤ ਸਿੰਘ, ਸਰਦਾਰ ਮਲਕੀਤ ਸਿੰਘ ਨਾਲ ਕਰਾਉਣਾ ਵਾ, ਜਿਨ੍ਹਾਂ ਨੂੰ ਸਾਰੇ ਕੇਸ ਦਾ ਠੀਕ ਹੈ। ਪਰ ਮੈਂ ਭਾਜੀ ਬਲਜਿੰਦਰ ਸਿੰਘ ਜੀ, ਮੇਰੇ ਹਿਸਾਬ ਨਾਲ ਆਪਾਂ ਮਾਤਾ ਨੂੰ ਨਾ ਕੱਲੇ, ਮੈਂ ਆਪਣੇ ਲੜਕੀ ਭੇਜ ਕੇ ਟੀਮ ਨਾ, ਮੈਂ ਚਾਹੁੰਦਾ ਵੀ ਇਹਨਾਂ ਨਾਲ ਕੱਲਿਆਂ ਦੇ ਨਾਲ ਆਪਾਂ ਇੰਟਰਵਿਊ ਕਰੀਏ, ਉਹ ਜ਼ਿਆਦਾ ਬੈਟਰ ਹੋਣਾ। ਕਿ ਮਾਤਾ ਜੀ ਆਪਣੀ ਜ਼ੁਬਾਨੀ ਸਾਰੀ, ਕਈ ਵਾਰ ਕੀ ਹੁੰਦਾ ਆਵਾਜ਼ ਆ, ਨੈਟਵਰਕ ਦੀ ਪ੍ਰੋਬਲਮ ਆ, ਕੋਈ ਗੱਲ ਨਹੀਂ, ਮੈਂ ਇੰਨਾ ਹੀ ਚਾਹੁੰਦਾ ਵੀ ਮਾਤਾ ਜੀ ਹੁਣਾਂ ਨੇ ਬਹੁਤ ਵੱਡਾ ਮਤਲਬ ਕਿ ਹੌਸਲੇ ਦੇ ਨਾਲ ਲੜਾਈ ਲੜੀ ਆ। ਅਸੀਂ ਤੇ ਮਤਲਬ ਕਹਿੰਦੇ ਆ ਕਿ ਮਾਤਾ ਜੀ ਦੇ ਜਜ਼ਬੇ ਨੂੰ, ਇਸ ਨੂੰ, ਮੈਨੂੰ ਪਤਾ ਇਹ ਸ਼ਬਦ ਨਹੀਂ ਸਾਡੇ ਕੋਲ ਹੈਗੇ, ਵੀ ਇਹਨਾਂ ਦੇ ਜਜ਼ਬੇ ਨੂੰ ਸਲਾਮ ਕਰਨੀ ਬਣਦੀ ਆ ਵੀ ਇੱਕ ਮਾਂ ਨੇ ਆਪਣੇ ਪੁੱਤਰ ਦਾ ਇਨਸਾਫ ਲੜਾਈ ਲੜਨ ਨੂੰ ਜਿਹੜਾ ਕਿ ਐਡਾ ਵੱਡਾ ਜਿਗਰਾ ਕੀਤਾ। ਸੋ ਅਸੀਂ ਇਹ ਵੀ ਚਾਹੁੰਦੇ ਕਿ ਲੱਖਾਂ ਮਾਵਾਂ ਹੋਰ ਨੇ ਜਿਹੜੀਆਂ ਜਿਨ੍ਹਾਂ ਦੇ ਪੁੱਤ ਮਾਰ ਦਿੱਤੇ ਗਏ ਨੇ, ਇਸ ਮਾਤਾ ਵੱਲਾਂ ਦੇਖ ਕੇ ਤੁਸੀਂ ਵੀ ਅੱਗੇ ਆਓ। ਸਾਡੀ ਟੀਮ ਜਿਹੜੀ ਆ ਲਾਪਤਾ ਪੰਜਾਬ ਵਾਲੇ, ਇਹ ਸਾਡੇ ਨੌਜਵਾਨ ਜਿਹੜੇ ਕੰਮ ਕਰ ਰਹੇ ਨੇ, ਇਹਨਾਂ ਦੇ ਕੋਲ ਆਪਣੀਆਂ ਤੁਸੀਂ ਜਿਹੜੀਆਂ ਅਰਜ਼ੀਆਂ ਇਹਨਾਂ ਦੇ ਥਰੂ ਲਵਾਓ ਕਿ ਜਿਹੜਾ ਕਾਤਲ ਆ, ਜਿਹੜੇ ਲੋਕ ਜਿਨ੍ਹਾਂ ਨੇ ਕੰਮ ਕੀਤੇ, ਉਹ ਬਚਣੇ ਨਹੀਂ ਚਾਹੀਦੇ, ਆਪਣੀ ਮੌਤ ਨਹੀਂ ਮੰਨਣੀ ਚਾਹੀਦੀ। ਸਰਕਾਰ ਵੱਲੋਂ ਜੋ ਬਣਦਾ, ਜਿੰਨੀ ਕੁ ਉਹਨਾਂ ਦਾ ਜੋ ਉਹਨਾਂ ਨੇ ਤਸ਼ੱਦਦ ਕੀਤੇ, ਉਹਨਾਂ ਦੀ ਜਿਹੜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਭਾਈ ਸਾਹਿਬ ਜੀ, ਮਾਤਾ ਜੀ ਨਾਲ ਆਪਾਂ ਮੇਰੇ ਹਿਸਾਬ ਨਾਲ ਇੱਥੇ ਇਹਨਾਂ ਨੂੰ ਫਤਿਹ ਬੁਲਾਉਂਦੇ ਆ, ਤੇ ਭਾਈ ਸਾਹਿਬ ਉਹਨਾਂ ਨਾਲ ਗੱਲ ਕਰਾਓ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਆਪਣੇ ਇਹਨਾਂ ਨਾਲ ਗੱਲ ਕਰਾਓ। ਹਾਂਜੀ। ਵਾਹ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਸਾਹਿਬ ਜੀ, ਪਹਿਲਾਂ ਆਪਣਾ ਸ਼ੁਭ ਨਾਮ ਤੇ ਤੁਸੀਂ ਇਹਦੇ ਬਾਰੇ ਜਿਹੜਾ ਇੰਨਾ ਲੰਬਾ ਸਮਾਂ ਉਹਦੇ ਬਾਰੇ ਕੇਸ ਬਾਰੇ ਇਹ ਜ਼ਰੂਰ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ। ਹਾਂਜੀ, ਮਲਕੀਤ ਸਿੰਘ ਮੇਰਾ ਨਾਮ ਆ, ਮਲਕੀਤ ਸਿੰਘ ਕੰਗ। ਮਲਕੀਤ ਸਿੰਘ ਕੰਗ। ਮਲਕੀਤ ਸਿੰਘ ਜੀ, ਤੁਸੀਂ ਮਾਤਾ ਜੀ ਦੇ ਨਾਲ ਇਹ ਲੜਾਈ ਉਦੋਂ ਤੋਂ ਪਹਿਲੇ ਦਿਨ ਤੋਂ ਲੈ ਕੇ ਇਹ ਲੜੀ ਹੈ ਤੁਸੀਂ ਪੁੱਤਾਂ ਵਾਂਗੂ ਬਣ ਕੇ, ਕਿਉਂਕਿ ਜਿਹੜਾ ਜਵਾਈ ਉਹ ਵੀ ਪੁੱਤ ਹੀ ਹੁੰਦਾ। ਪਰ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਵੀ ਜਦੋਂ ਤੁਸੀਂ ਇਹ ਪਹਿਲੀ ਵਾਰ ਜਦੋਂ ਇਹ ਗੱਲ ਐਪਲੀਕੇਸ਼ਨ ਲਾਈ ਆ, ਜਦੋਂ ਜਾ ਕੇ ਤੁਹਾਡੇ ਨਾਲ ਆਮੋ ਸਾਹਮਣਾ ਹੋਣ ਲੱਗਾ, ਡਰ ਵੀ ਹੋਣਾ ਵੀ ਉਧਰ ਪੁਲਿਸ ਦਾ ਸਿਸਟਮ ਆ, ਕਿਉਂਕਿ ਜੋ SHO ਮੇਜਰ ਸਿੰਘ ਆ ਉਹਦੀ ਤਾਂ ਹਲੇ ਵੀ ਚੱਲਦੀ ਹੋਣੀ ਆ, ਉਹਦੇ ਲਿੰਕ ਉਸ ਸਮੇਂ ਦੇ ਸਾਰੇ ਆਫੀਸਰ ਹੋਣਗੇ। ਇਹ ਫਿਰ SHO ਦੀ ਤਰੱਕੀ, SHO ਤੋਂ ਰਿਟਾਇਰ ਹੋਇਆ ਜਾਂ ਇਹਦੀ ਫਿਰ ਤਰੱਕੀ ਹੋਈ ਸੀਗੀ ਜੀ ਮੇਜਰ ਸਿੰਘ ਦੀ? SHO ਇੰਸਪੈਕਟਰ ਹੀਗਾ ਜੀ। ਅੱਛਾ ਜੀ। ਸਦਰ ਥਾਣੇ ਤਰਨਤਾਰਨ ਇੰਸਪੈਕਟਰ ਰਿਟਾਇਰ ਹੋਇਆ। ਅੱਛਾ ਜੀ। ਫਿਰ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ, ਜ਼ਰੂਰ ਸਾਨੂੰ ਬਰੀਫਲੀ ਨਾ ਤੁਸੀਂ ਇਹ ਗੱਲ ਦੱਸੋ ਵੀ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਇਸ ਕੇਸ ਨੂੰ ਲੈ ਕੇ ਜੀ? ਬੜੀਆਂ ਔਕੜਾਂ ਆਈਆਂ ਨੇ, ਅਸੀਂ ਤੇ ਮਾਲਕ ਗਾੜੀ ਨਾ। ਭਾਈ ਮਲਕੀਤ ਸਿੰਘ ਜੀ, ਬਰੀਫਲੀ ਦੱਸਿਓ ਬਈ ਕਿਹੜੀਆਂ ਕਿੱਦਾਂ ਤੁਹਾਨੂੰ ਸਾਹਮਣਾ ਔਕੜਾਂ ਦਾ? ਉੱਥੇ ਕਿਉਂਕਿ ਨੈਟਵਰਕ ਟੁੱਟ ਗਿਆ ਸੀ ਜੀ। ਸਾਹਮਣਾ ਤੁਹਾਨੂੰ ਪਤਾ ਹੀ ਹੈ, ਉਦੋਂ ਪੁਲਿਸ ਦੇ ਵੇਖ ਕੇ ਤੇ ਡਰ ਲੱਗਦਾ ਸੀ, ਪਰ ਅਸੀਂ ਮਾਲਕ ਦੇ ਆਸਰੇ ਦੇ ਨਾਲ ਆਪਣਾ ਇਰਾਦਾ ਦ੍ਰਿੜ ਬਣਾ ਕੇ ਤੁਰੇ ਰਹੇ ਆ। ਮਾਲਕ ਦੇ ਭਰੋਸੇ 'ਚ ਮਾਲਕ ਨੇ ਸਾਡਾ ਸਾਥ ਦਿੱਤਾ, ਬਾਕੀ ਨਵਕੀਨ ਜੀ ਨੇ ਸਾਥ ਦਿੱਤਾ। ਹੁਣ ਭਾਜੀ ਬਾਜਵਾ ਜੀ ਹੋਣਾ ਨੇ, ਸਤਰਾਮ ਸਿੰਘ ਹੋਣਾ ਨੇ, ਬਲਜਿੰਦਰ ਸਿੰਘ ਹੋਣਾ ਨੇ, ਸਾਰੇ ਕੇਸ ਦੇ ਵਿੱਚ ਸਾਡੇ ਨਾਲ ਬਹੁਤ ਜ਼ਿਆਦਾ ਸਾਥ ਦਿੱਤਾ ਵਾ। ਇਹਨਾਂ ਦੇ ਸਾਥ ਦੇ ਨਾਲ ਹੀ ਫਿਰ ਅਸੀਂ ਤਗੜੇ ਹੋ ਕੇ ਤੁਰੇ ਰਹੇ ਆ, ਡਰੇ ਨਹੀਂ। ਮਲਕੀਤ ਸਿੰਘ ਜੀ, ਜਿਹੜਾ ਫੈਸਲਾ ਆਇਆ, ਹੁਣ ਆਪਾਂ ਜੇ ਗੱਲ ਕਰੀਏ ਜਿਹੜਾ ਫੈਸਲਾ ਆਇਆ, ਤੇ ਮੈਨੂੰ ਪਤਾ ਵੀ ਉਹ ਫੈਸਲਾ ਐਡਵੋਕੇਟ ਸਾਹਿਬ ਨੇ ਵੀ ਦੱਸਿਆ ਕੋਈ
ਇਹ ਧਾਰਾਵਾਂ ਜਿਹੜੀਆਂ ਬਣਦੀਆਂ ਸੀ ਅਸਲੀ ਧਾਰਾ ਨਹੀਂ ਲਾਈਆਂ ਗਈਆਂ, 302 ਨਹੀਂ ਲਾਈ ਗਈ, ਕਿ ਜਿਹੜੀ ਇਹ ਉਹਨਾਂ ਨੂੰ ਸਜ਼ਾ ਮਿਲੀ ਆ, ਤੁਸੀਂ ਇਹਦੇ ਨਾਲ ਸਹਿਮਤ ਹੋ ਜੀ? ਸਜ਼ਾ ਨਾ ਹੀ ਸਹਿਮਤ ਤੇ ਹੈ ਨਹੀਂ ਜੀ, ਪਰ ਫਿਰ ਵੀ ਮਨ ਨੂੰ ਥੋੜੀ ਜਿਹੀ ਠੰਡ ਤੇ ਪੈਂਦੀ ਆ ਵੀ ਇਹਨੂੰ ਕੋਈ ਨਾ ਕੋਈ ਸੇਕ ਲੱਗਾ, ਜੇਲ੍ਹ ਚ ਗਿਆ, ਪਰ ਇਹਨੂੰ ਫਾਂਸੀ ਲੱਗਣੀ ਚਾਹੀਦੀ। ਇਹਨੇ ਸਾਡਾ ਜਵਾਨ ਬੰਦਾ ਫੜ ਕੇ ਮਾਰ ਦਿੱਤਾ ਕਰਕੇ। ਤੁਹਾਡੇ ਏਰੀਏ ਚੋਂ ਜਿਹੜਾ ਐਸਐਚਓ ਮੇਜਰ ਸਿੰਘ ਹੈ, ਤੁਹਾਡੇ ਏਰੀਏ ਚੋਂ ਕੁਝ ਹੋਰ ਵੀ ਲੋਕ ਇਸ ਬੰਦੇ, ਇਹਦਾ ਕਿਹੋ ਜਿਹਾ ਕਰੈਕਟਰ ਜਿਹੜਾ ਇਸ ਬੰਦੇ ਦਾ ਤੁਹਾਡੇ ਏਰੀਏ 'ਚ ਸੀਗਾ ਉਦੋਂ ਦਾ, ਜਿੰਨਾ ਹੁਣ ਤੁਹਾਨੂੰ, ਤੁਸੀਂ ਤਾਂ ਬਾਅਦ ਚ ਮੁਲਜ਼ਮ, ਤੁਹਾਨੂੰ ਪਤਾ ਤਾਂ ਹੋਏਗਾ ਵੀ ਇਹ ਬੰਦੇ ਹੋਰ ਕਿੰਨੇ ਕੁ ਨੌਜਵਾਨ ਮੁੰਡੇ ਕੁੜੀਆਂ? ਇਹਦਾ ਅੱਗੇ ਵੀ ਇੱਕ ਸਾਡੂ ਜੇਲ੍ਹ 'ਚ ਆ। ਅੱਛਾ ਜੀ। ਸੂਬਾ ਸਿੰਘ ਆਪਣੇ ਆਪ ਨੂੰ ਸੂਬਾ ਸਰਹੰਦ ਖਵਾਉਂਦਾ ਸੀ। ਇਹ ਦੋਵਾਂ ਨੇ ਬਹੁਤ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਮੁੰਡੇ ਮਾਰੇ ਆ। ਸੂਬਾ ਸਿੰਘ ਵੀ ਪੁਲਿਸ ਵਿੱਚ ਹੀ ਸੀਗਾ ਜੀ? ਉਹ ਵੀ ਪੁਲਿਸ ਚ ਇੰਸਪੈਕਟਰ ਸੀਗਾ ਜੀ। ਤੇ ਉਹਨੂੰ ਜਿਹੜੀ ਸਜ਼ਾ ਉਹਨੂੰ ਵੀ ਇਹਨਾਂ ਕੇਸਾਂ 'ਚ ਹੀ ਹੋਈ ਆ? ਇਹਨਾਂ ਕੇਸਾਂ 'ਚ ਉਹ ਪਹਿਲਿਆਂ ਹੋਰ ਕੇਸਾਂ 'ਚ ਜੇਲ੍ਹ 'ਚ ਆ ਹੋਈ ਵੀ ਨੌਜਵਾਨਾਂ ਨੂੰ ਚੱਕ ਕੇ ਮਾਰਨ ਦੇ ਵਿੱਚ। ਹਾਂਜੀ ਹਾਂ। ਹੁਣ ਚਲੋ ਠੀਕ ਹੈ ਜੀ ਭਾਈ ਮਲਕੀਤ ਸਿੰਘ ਜੀ, ਧੰਨਵਾਦ ਆ ਤੁਹਾਡੇ ਨਾਲ। ਅਸੀਂ ਚਾਹੁੰਦੇ ਵੀ ਤੁਹਾਡੇ ਨਾਲ ਅਸੀਂ ਸਾਡੀ ਟੀਮ ਜਿਹੜੀ ਹੈ ਬਹੁਤ ਜਲਦੀ ਭਾਜੀ ਸਤਨਾਮ ਸਿੰਘ ਉਹਨਾਂ ਦੇ ਦੁਆਰਾ ਆਉਣਗੇ ਸਾਡੀ ਟੀਮ ਤੇ। ਅਸੀਂ ਚਾਹੁੰਦੇ ਵੀ ਤੁਹਾਡੀ ਜਿਹੜੀ ਇਹ ਗੱਲ ਆ, ਇਹ ਜਿਹੜੀ ਆ ਕਿ ਮਾਤਾ ਜੀ ਦਾ ਜਿਹੜਾ ਜਜ਼ਬਾ, ਇਹ ਸਾਰਾ ਲੋਕਾਂ ਹੋਰ ਮਾਵਾਂ ਨੂੰ ਵੀ ਇਹ ਪ੍ਰੇਰਿਤ ਕਰਦਾ ਹੈ ਕਿ ਅੱਗੇ ਆਓ। ਬਹੁਤ ਪੰਜਾਬ ਦਾ ਨੌਜਵਾਨ ਮਾਰਿਆ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਸਤਨਾਮ ਸਿੰਘ ਜੀ, ਹੁਣ ਅਸੀਂ ਤੁਹਾਡੇ ਨਾਲ ਪਹਿਲਾਂ ਥੋੜੀ ਗੱਲਬਾਤ ਕਰਦੇ ਹਾਂ। ਤੁਸੀਂ ਇਹ ਕੇਸ ਜਿਹੜਾ ਤੁਹਾਨੂੰ ਤੇ ਪਤਾ, ਤੁਸੀਂ ਇਹਨੂੰ ਜਿਹੜਾ ਨਾਲ ਪਹਿਲਾਂ ਭਾਈ ਨਵਕੀਰਤ ਸਿੰਘ ਹੋਣਾ ਨੇ, ਉਹਦੇ ਤੋਂ ਬਾਅਦ ਤੁਸੀਂ ਇਹਨੂੰ ਜਿਹੜਾ ਨਾਲੋਂ ਬਹੁਤ ਮੁੱਢੋਂ ਹੋ ਕੇ ਦੇਖਿਆ। ਤੇ ਭਾਈ ਸਤਨਾਮ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪੰਜਾਬ ਦੇ ਵਿੱਚ ਇੰਗਲੈਂਡ ਤੋਂ ਜਾ ਕੇ ਤੁਹਾਡੀ ਸੰਸਥਾ ਜਿਹੜੀ ਕਾਫੀ ਕੰਮ ਕਰ ਰਹੀ ਹੈ, ਵਕੀਲਾਂ ਦੀ ਪੂਰੀ ਟੀਮ ਹੈ, ਵੱਡੇ ਵੱਡੇ ਕੇਸ ਜਿਹੜੇ ਤੁਸੀਂ, ਮੈਨੂੰ ਲੱਗਦਾ ਤੁਹਾਡੇ ਕਰਮ ਵੀ ਚੰਗੇ, ਮੈਂ ਤਾਂ ਕਹਾਂਗਾ ਕਿ ਜਿਹੜੇ ਇਸ ਪਾਸੇ ਨੂੰ ਤੁਰੇ ਬੜੇ, ਜਿਹੜਾ ਇੱਕ ਅੱਗੇ ਉਹ ਸਾਰੇ ਪਰਿਵਾਰ ਵਾਲਾ ਜਿਹੜੇ ਇੱਕ ਮਤਲਬ ਜਿਹੜੀ ਇੱਕ ਬਾਬਾ ਜੀ ਸਨ, ਉਹ ਸਾਰੇ ਪਰਿਵਾਰ ਨੂੰ ਇਨਸਾਫ ਜਿਹੜਾ ਚੱਕ ਕੇ ਮਾਰਤਾ ਹੈ, ਉਹਨੂੰ ਵੀ ਆਪਾਂ ਪਿਛਲੇ ਸਾਲ ਦੀ ਕਿ 2 ਸਾਲ ਪਹਿਲਾਂ ਲੜਾਈ ਲੜੀ ਹੈ, ਉਹ ਵੀ ਆਪਾਂ ਉਹ 'ਚ ਸਫਲ ਹੋਏ ਸੀ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਕੇਸ ਬਾਰੇ, ਇਸ ਬਾਰੇ, ਇਹ ਜਿਹੜਾ ਇਹਨੂੰ ਤੁਸੀਂ ਕਿਵੇਂ ਲਾਗੇ ਹੋ ਕੇ ਦੇਖਿਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਦੇਖੋ ਜੀ, ਕੇਸ 'ਚ ਬਹੁਤ ਕੁਛ ਹੈਗਾ, ਤਾਂ ਸਮਾਂ ਇੰਨਾ ਨਹੀਂ ਹੈਗਾ ਜਿਹੜਾ 'ਚ ਅਸੀਂ ਬਹੁਤੇ ਗੰਭੀਰਤਾ ਨਾਲ ਸਾਰੇ ਪੁਆਇੰਟਸ ਨੋਟ ਕਰੀਏ, ਪਰ ਕੁਝ ਖਾਸ ਪੁਆਇੰਟ ਮੈਂ ਤੁਹਾਡੇ ਸਾਹਮਣੇ ਲਿਆਉਣੇ ਚਾਹੁੰਦਾ। ਇੱਕ ਤਾਂ 364 ਦੀ ਧਾਰਾ ਲੱਗੀ ਆ, ਕਿਡਨੈਪਿੰਗ ਵਿਦ ਇੰਟੈਂਟ ਟੂ ਮਰਡਰ, ਮਤਲਬ ਕਿਸੇ ਨੂੰ ਅਗਵਾ ਕਰਨਾ ਪਰ ਤੁਹਾਡਾ ਇਰਾਦਾ ਕਤਲ, ਮਤਲਬ ਸਭ ਤੋਂ ਸੀਰੀਅਸ ਕ੍ਰਾਈਮ ਹੈਗਾ ਕਿਡਨੈਪਿੰਗ ਦਾ। ਤਾਂ ਉਹਦੇ ਵਿੱਚ ਉਮਰ ਕੈਦ ਦੀ ਵੀ ਸਜ਼ਾ ਹੋ ਸਕਦੀ। ਪਿੱਛੇ ਕੁਛ ਟਾਈਮ ਪਹਿਲਾਂ ਇੱਕ CBI ਵਰਸਸ ਨਰਿੰਦਰ ਮੱਲੀ ਨੂੰ ਸਜ਼ਾ ਹੋਈ ਸੀਗੀ ਇਸੇ ਹੀ ਕੇਸਾਂ 'ਚ, ਮਤਲਬ ਇਹ 7ਵਾਂ ਕੇਸ ਆ ਉਸ ਬੈਚ 'ਚੋਂ ਜਿਸ ਤੋਂ CBI ਦੀ ਸਟੇ ਟੁੱਟੀ ਗਈ ਤਾਂ ਟਰਾਇਲ ਚੱਲੇ। ਉਸ ਕੇਸ 'ਚ ਵੀ 302 ਦੀ ਧਾਰਾ ਨਹੀਂ ਸੀ ਲੱਗੀ, ਪਰ ਜੱਜ ਨੇ ਇਹ ਫਾਈਂਡ ਕਰ ਦਿੱਤਾ ਵੀ ਤੁਸੀਂ ਉਸ ਵਿਅਕਤੀ ਨੂੰ ਚੁੱਕ ਕੇ ਇਲੀਗਲ ਕਸਟਡੀ 'ਚ ਰੱਖ ਕੇ ਤਾਂ ਉਹਨੂੰ ਤੁਸੀਂ ਰਫਾ ਦਫਾ ਇੱਕ ਇੰਫਰੈਂਸ ਬਣਦਾ ਆ। ਮਤਲਬ ਇਸ ਕੇਸਾਂ 'ਚ ਜ਼ਿਆਦਾਤਰ ਫੇਕ ਇਨਕਾਊਂਟਰ ਨਹੀਂ ਕੀਤੇ ਗਏ, ਮੁੰਡਿਆਂ ਨੂੰ ਚੁੱਕ ਕੇ ਇਲੀਗਲ ਕਸਟਡੀ 'ਚ ਰੱਖ ਕੇ ਮਾਰ ਕੇ ਤਾਂ ਫਿਰ ਲਾਸ਼ ਦਾ ਕਿਸੇ ਨੂੰ ਨਹੀਂ ਪਤਾ ਲੱਗਾ, ਮਤਲਬ ਉਹਨੂੰ ਦਰਿਆ ਵਿੱਚ ਰੋੜਿਆ ਗਿਆ ਜਾਂ ਉਹਦਾ ਅਣਪਛਾਤੀ ਦਰਜਾ ਦੇ ਕੇ ਸੰਸਕਾਰ ਕੀਤਾ ਗਿਆ। ਮਤਲਬ ਜ਼ਿਆਦਾਤਰ ਜਿਹੜੇ ਕੇਸ ਆ, ਅਸੀਂ ਕਹਿ ਸਕਦੇ 60% ਕੇਸ ਇਹੋ ਜਿਹੇ ਆ ਜਿਹਦਾ ਪਤਾ ਹੀ ਨਹੀਂ ਲੱਗਾ ਵੀ ਮੁੰਡਿਆਂ ਦੀ ਲਾਸ਼ਾਂ ਨੂੰ ਉਹਨਾਂ ਨੇ ਕੀ ਮਤਲਬ ਕੀਤਾ। ਤਾਂ ਉਹਦਾ ਸਭ ਤੋਂ ਮੁੱਖ ਕਾਰਨ ਇਹੀ ਸੀਗਾ ਵੀ ਜੇ ਕੱਲ ਨੂੰ ਇਹਨਾਂ ਤੇ ਕੇਸ ਵੀ ਬਣਦੇ ਆ ਤਾਂ ਬਗੈਰ ਲਾਸ਼ ਤੇ ਇਹ ਸਾਬਤ ਨਹੀਂ ਹੁੰਦਾ ਵੀ ਮਰਡਰ ਹੋਇਆ। ਨਹੀਂ ਤਾਂ ਇੱਕ ਮੇਨ ਜਿਹੜੀ ਜੱਜਮੈਂਟ ਖਾਲੜਾ ਸਾਹਿਬ ਦੇ ਖੁਦ ਦੇ ਕੇਸ, ਪਰਮਜੀਤ ਕੌਰ ਖਾਲੜੇ ਨੇ ਜਿਹੜਾ ਕੇਸ ਲੜਿਆ ਸੀਗਾ, ਉਹਦੇ ਵਿੱਚ ਖਾਲੜਾ ਸਾਹਿਬ ਦੀ ਲਾਸ਼ ਮਤਲਬ ਲੱਭੀ ਨਹੀਂ ਸੀ ਗਈ, ਪਰ ਫਿਰ ਵੀ 302 ਦੀ ਧਾਰਾ ਲੱਗੀ ਸੀ ਕਿਉਂਕਿ ਇੱਕ ਪੁਲਿਸ ਮੁਲਾਜ਼ਮ ਉਸ ਕੇਸ ਵਿੱਚ ਗਵਾਹ ਬਣ ਗਿਆ ਸੀਗਾ ਵੀ ਮੇਰੇ ਹੁੰਦੇ ਹੋਏ ਖਾਲੜਾ ਸਾਹਿਬ ਦੀ ਟੌਰਚਰ ਹੋਈ ਸੀਗੀ, ਇੰਟੈਰੋਗੇਸ਼ਨ ਹੋਈ ਸੀਗੀ, ਤਾਂ ਬਾਅਦ ਵਿੱਚ ਖਾਲੜਾ ਸਾਹਿਬ ਦੀ ਲਾਸ਼ ਨੂੰ ਦਰਿਆ ਵਿੱਚ ਰੋੜ ਦਿੱਤਾ ਗਿਆ ਸੀਗਾ। ਸੋ ਇੱਕ ਵੱਡਾ ਮਤਲਬ ਇੱਕ ਕਮਜ਼ੋਰੀ ਇਹ ਕੇਸਾਂ 'ਚ ਇਹ ਆ ਵੀ ਜਦ ਲਾਸ਼ ਨਹੀਂ ਦਿੱਤੀ ਜਾਂਦੀ, ਲਾਸ਼ ਦਾ ਕੁਝ ਪਤਾ ਨਹੀਂ ਲੱਗਦਾ, ਪੋਸਟਮਾਰਟਮ ਨਹੀਂ ਹੁੰਦੀ, ਇਹ ਨਹੀਂ ਸਾਬਤ ਹੁੰਦਾ ਵੀ ਗੋਲੀਆਂ ਦੇ ਨਿਸ਼ਾਨ ਨਾਲ ਮਾਰਿਆ ਗਿਆ, ਟੌਰਚਰ ਤਸੀਹੇ ਇੰਨੇ ਦਿੱਤੇ ਜਾਂਦੇ ਸੀਗੇ ਵੀ ਉਹਦੇ ਕਾਰਨ ਮਾਰਿਆ ਗਿਆ, ਮਤਲਬ ਬਗੈਰ ਲਾਸ਼ ਤੇ ਮਰਡਰ ਨੂੰ ਪ੍ਰੂਵ ਕਰਨਾ ਬੜਾ ਔਖਾ ਆ। ਪਰ ਫਿਰ ਵੀ ਉਸ ਤੋਂ ਬਾਵਜੂਦ ਵੀ 364 ਦੀ ਜਿਹੜੀ ਧਾਰਾ ਲੱਗਦੀ ਆ IPC ਦੇ ਤਹਿਤ, ਉਹਦੇ ਵਿੱਚ ਜੱਜ ਕੋਲ ਆਪਸ਼ਨ ਇਹ ਵੀ ਹੈਗਾ ਵੀ ਉਮਰ ਕੈਦ ਦੀ ਸਜ਼ਾ। ਹੁਣ ਤੁਸੀਂ ਇਹ ਦੇਖੋ ਵੀ ਇਸ ਬੰਦੇ ਦੇ
ਕੋਈ ਕੇਸ ਨਹੀਂ ਸੀ ਦਰਜ। ਸੰਤੋਖ ਸਿੰਘ ਇੱਕ ਪੀਐਸਬੀ ਪੰਜਾਬ ਬਿਜਲੀ ਬੋਰਡ ਦੇ ਮੁਲਾਜ਼ਮ ਸੀਗੇ। ਜਿਸ ਦਿਨ ਉਹ ਆਪਣੇ ਕੰਮ ਤੇ ਵਾਪਸ ਨਹੀਂ ਗਏ, 31 ਜੁਲਾਈ ਮਤਲਬ ਉਹਨਾਂ ਦੀ ਅਖੀਰਲੀ ਹਾਜ਼ਰੀ ਸੀਗੀ, ਤਾਂ ਸੀਬੀਆਈ ਨੇ ਉਹ ਵੀ ਰਿਕਾਰਡ ਇਸ ਕੇਸ 'ਚ ਪੇਸ਼ ਕੀਤਾ ਸੀਗਾ ਵੀ 31 ਜੁਲਾਈ ਉਹ ਆਪਣੀ ਨੌਕਰੀ ਲਾਸਟ ਡੇ ਉਹਨਾਂ ਦਾ ਸੀਗਾ ਜਿਹੜਾ ਰਿਕਾਰਡ ਵਿੱਚ ਰਜਿਸਟਰ ਸੀ। ਤਾਂ 1 ਅਗਸਤ ਤੇ ਬਾਅਦ ਮੁੜ ਕੇ ਇਹ ਬੰਦਾ ਆਇਆ ਨਹੀਂ। ਸੋ ਇੱਕ ਬੜੀ ਦੁੱਖ ਦੀ ਗੱਲ ਇਹ ਵੀ ਆ ਵੀ ਮਤਲਬ ਜਿਹੜਾ ਬੰਦਾ ਲਾਪਤਾ ਹੋ ਜਾਂਦਾ, ਗਾਇਬ ਹੋ ਜਾਂਦਾ, ਉਹਦੇ ਪਰਿਵਾਰ ਨੂੰ, ਉਹਦੀ ਘਰਵਾਲੀ ਨੂੰ, ਮਾਤਾ ਜੀ ਨੂੰ ਜਾਂ ਇਹਨਾਂ ਦੇ ਪੋਤਰੇ ਨੂੰ ਕੋਈ ਪੈਨਸ਼ਨ ਨਹੀਂ ਮਿਲੀ। ਮਤਲਬ ਜੇ ਕੋਈ ਆਪਣੀ ਸਰਵਿਸ ਵਿੱਚ ਮਾਰਿਆ ਜਾਂਦਾ ਜਾਂ ਸ਼ਹੀਦ ਹੋ ਜਾਂਦਾ ਜਾਂ ਕਿਸੇ ਵੀ ਸਰਕਮਸਟੈਂਸਿਸ ਵਿੱਚ ਇਹ ਸਾਬਤ ਹੋ ਜਾਂਦਾ ਵੀ ਇਹ ਬੰਦਾ ਮਾਰਿਆ ਗਿਆ, ਤਾਂ ਉਹ ਮਹਿਕਮੇ ਦੀ ਪੈਨਸ਼ਨ ਉਹ ਪਰਿਵਾਰ ਨੂੰ ਲੱਗਦੀ ਆ। 31 ਸਾਲ ਬਾਅਦ ਮਤਲਬ ਉਹ ਕਿਸੇ ਨੂੰ ਬੈਨੀਫਿਟ ਨਹੀਂ ਮਿਲਿਆ। ਇੰਸਪੈਕਟਰ ਮੇਜਰ ਸਿੰਘ ਐਸਐਚਓ ਰਿਹਾ, ਪੂਰੀ ਉਹਨੇ ਆਪਣੀ ਸਰਵਿਸ ਕੀਤੀ, 35 ਸਾਲ ਕੀਤੀ ਹੋਊਗੀ, 40 ਸਾਲ ਕੀਤੀ ਹੋਈ, ਤਾਂ ਅੱਜ ਤੱਕ ਉਹਨੂੰ ਆਪਣੀ ਸਰਵਿਸ ਦੇ ਪੂਰੇ ਪੈਨਸ਼ਨ ਵੀ ਮਿਲੇ, ਤਨਖਾਹ ਵੀ ਮਿਲੀ, ਤਰੱਕੀਆਂ ਵੀ ਮਿਲੀਆਂ। ਸੋ ਅਸੀਂ ਇਹ ਕਹਿ ਸਕਦੇ ਹਾਂ ਵੀ ਜੇ ਇਹ ਕੇਸ ਦੀ ਪੂਰੀ ਤਰ੍ਹਾਂ ਐਨਾਲਿਸਿਸ ਦੇਖੀਏ ਜਾਂ ਕਰੀਏ, ਮਤਲਬ ਬੰਦੇ ਦੀ ਜਿਹੜੇ ਰਾਈਟਸ ਵੀ ਬਣਦੇ ਸੀਗੇ, ਜਿਹੜੇ ਉਹਨਾਂ ਦੇ ਹੱਕ ਵੀ ਬਣਦੇ ਸੀਗੇ, ਉਹ ਵੀ ਨਹੀਂ ਮਿਲੇ। ਤਾਂ ਕੋਰਟ ਕੋਲ ਇਹੋ ਜਿਹੀ ਕੋਈ ਪਾਵਰ ਵੀ ਨਹੀਂ ਹੈਗੀ ਵੀ ਜਿਹਦੇ ਨਾਲ ਮਾਤਾ ਜੀ ਨੂੰ ਕੋਈ ਇਮੀਡੀਏਟ ਮੁਆਵਜ਼ਾ ਮਿਲੇ ਜਾਂ ਕੰਪਨਸੇਸ਼ਨ ਮਿਲੇ। ਉਹ ਅਸੀਂ ਅਲੱਗ ਸਟੈਪ ਚੁੱਕਾਂਗੇ ਵੀ ਮਤਲਬ ਜੇ ਬੰਦੇ ਦੀ ਤੁਸੀਂ ਕਿਸ ਕੀਮਤ ਦੇ ਮੁਆਵਜ਼ਾ ਤੁਸੀਂ ਦੇ ਸਕਦੇ। 31 ਸਾਲ ਬੀਤ ਗਏ, ਸਰਵਿਸ ਕਰਦੇ ਸੀਗੇ, ਪੈਨਸ਼ਨ ਬੈਨੀਫਿਟ ਕੋਈ ਮਿਲੇ ਨਹੀਂ, ਤਾਂ ਮਤਲਬ ਜੇ ਤੁਸੀਂ 31 ਸਾਲ ਬਾਅਦ ਵੀ ਦੋਗੇ ਤਾਂ ਮਤਲਬ ਉਹਦਾ ਕੀ ਵੈਲਿਊ ਹੈਗਾ। ਸੋ ਇਹ ਸਾਰੇ ਸਵਾਲ, ਇਹਨਾਂ ਦੇ ਉੱਤੇ ਖੋਜ ਕਰਨੀ ਬਹੁਤ ਜ਼ਰੂਰੀ ਆ। ਤਾਂ ਇਹ ਸਿਰਫ ਇੱਕ ਕੋਈ ਵਿਰਲਾ ਕੇਸ ਨਹੀਂ ਹੈਗਾ, ਸਾਰੇ ਕੇਸਾਂ 'ਚ ਇਹੀ ਹਾਲ ਆ। ਜੇ ਕੋਈ ਸਰਵਿਸ ਕਰਦਾ ਸੀ। ਇੱਕ ਸਵਾਲ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਵੀ ਜਦੋਂ ਸੀਬੀਆਈ ਨੂੰ ਇਹ ਕੇਸ ਮਾਰਕ ਹੁੰਦਾ ਹੈ, ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਜੇ ਸੀਬੀਆਈ ਚਾਹੁੰਦੀ ਜਾਂ ਸੀਬੀਆਈ ਇੰਟੈਰੋਗੇਟ ਕਰਦੀ ਮੇਜਰ ਸਿੰਘ ਨੂੰ, ਤੁਹਾਨੂੰ ਲੱਗਦਾ ਨਹੀਂ ਸੀਗਾ ਵੀ ਜਿਵੇਂ ਜਿਹੜੇ ਉਹਨਾਂ ਦੇ ਸਟਾਈਲ ਹੁੰਦੇ ਆ ਇੰਡੀਆ ਦੇ ਪੁਲਿਸ ਦਾ, ਤੁਹਾਨੂੰ ਪਤਾ ਵਰਕਿੰਗ ਕਿੱਦਾਂ ਦਾ ਹੈਗਾ, ਤੇ ਜੇ ਉਹਨੂੰ ਇੰਟੈਰੋਗੇਟ ਕੀਤਾ ਜਾਂਦਾ ਤੇ ਉਹਦੇ ਕੋਲੋਂ ਪੁੱਛਗਿੱਛ ਚੰਗੀ ਤਰ੍ਹਾਂ ਕੀਤੀ ਜਾਂਦੀ ਦ ਵੇ ਦੇ ਵਾਂਟ, ਹੈ ਨਾ, ਤੁਹਾਨੂੰ ਲੱਗਦਾ ਨਹੀਂ ਸੀ ਕਿ ਉਹਨੇ ਹੋਰ ਕੁਛ ਚੀਜ਼ਾਂ ਆਉਂਦੀਆਂ ਜਾਂ ਉਹਦੀ ਇੰਟੈਰੋਗੇਸ਼ਨ ਹੋਈ ਨਹੀਂ ਜਾਂ ਇੰਟਰਵਿਊ ਵਗੈਰਾ ਹੀ ਹੋਈ? ਇਹ ਤੋਂ ਮੈਂ ਥੋੜਾ ਜਾਣਨਾ ਚਾਹੁੰਦਾ ਵੀ ਸੀਬੀਆਈ ਨੇ ਉਹਨੂੰ ਇੰਟੈਰੋਗੇਟ ਕੀਤਾ ਜਾਂ ਨਹੀਂ। ਦੇਖੋ ਜੀ, ਇਸ ਕੇਸ ਬਾਕੀ ਵੀ ਕੇਸਾਂ 'ਚ ਇਹੀ ਹਾਲ ਰਿਹਾ, ਕਿਸੇ ਮੁਲਾਜ਼ਮ ਦੀ ਜਾਂ ਕਿਸੇ ਦੋਸ਼ੀ ਦੀ ਇੰਟਰੋਗੇਸ਼ਨ ਨਹੀਂ ਹੋਈ। ਨਹੀਂ ਤਾਂ ਜੇ ਕੋਈ ਕੰਪਲੇਂਟ ਫਾਈਲ ਕਰਦਾ ਆ, ਇਸ ਕੇਸ ਵਿੱਚ 96 ਵਿੱਚ ਮਾਤਾ ਜੀ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨਵਕਿਰਨ ਜੀ ਰਾਹੀਂ ਇੱਕ ਪਟੀਸ਼ਨ ਦਾਇਰ ਕੀਤੀ ਸੀਗੀ ਵੀ ਚਾਹੇ ਸਾਡਾ ਬੰਦਾ ਪੇਸ਼ ਕਰੋ, ਚਾਹੇ ਇਨਕੁਆਇਰੀ ਮਾਰਕ ਕਰੋ ਵੀ ਇਹ ਬੰਦਾ ਲਾਪਤਾ ਆ, ਗਾਇਬ ਆ, ਪੁਲਿਸ ਦੀ ਕਸਟਡੀ 'ਚ ਸੀਗਾ। ਉਸ ਟਾਈਮ ਜਦ ਹਾਈ ਕੋਰਟ ਦੇ ਜੱਜ ਨੇ ਇਨਕੁਆਇਰੀ ਮਾਰਕ ਕੀਤੀ ਸੀਗੀ ਸੀਬੀਆਈ ਨੂੰ ਵੀ ਤੁਸੀਂ ਇਸ ਕੇਸ ਦੀ ਜਾਂਚ ਕਰੋ, ਇਨਵੈਸਟੀਗੇਸ਼ਨ ਕਰੋ, ਉਸ ਟਾਈਮ ਸੀਬੀਆਈ ਨੂੰ ਇਹ ਚਾਹੀਦਾ ਸੀਗਾ ਵੀ ਸਭ ਤੋਂ ਪਹਿਲਾਂ ਜਿਹੜੇ ਅਕਿਊਜ਼ਡ ਨੇ, ਮਤਲਬ ਥਾਣੇ ਦੇ ਜਿੰਨੇ ਵੀ ਮੁਲਾਜ਼ਮ ਆ ਜਾਂ ਜਿਹੜਾ ਐਸਐਚਓ ਸੀਗਾ ਜਿਹਦੇ ਉੱਤੇ ਸਿੱਧਾ ਦੋਸ਼ ਲੱਗਦਾ, ਕਿਉਂਕਿ ਮੇਜਰ ਸਿੰਘ ਦੀ ਸ਼ਨਾਖਤ ਹੋਈ ਸੀਗੀ, ਪਛਾਣ ਹੋਈ ਸੀ ਜਦ ਉਹ ਖੁਦ ਪਿੰਡ ਜਾ ਕੇ ਉਹਨਾਂ ਨੇ ਉਹਨਾਂ ਨੂੰ ਚੁੱਕਿਆ ਸੀਗਾ, ਸੰਤੋਖ ਸਿੰਘ ਹਾਂਜੀ ਸੰਤੋਖ ਸਿੰਘ ਉਹਨਾਂ ਨੂੰ ਜਦ ਚੁੱਕਿਆ ਸੀਗਾ, ਉਹਨਾਂ ਦੀ ਇੰਟਰੋਗੇਸ਼ਨ ਹੋਣੀ ਚਾਹੀਦੀ, ਪੁੱਛਗਿੱਛ ਹੋਣੀ ਚਾਹੀਦੀ ਸੀਗੀ, ਉਹ ਨਹੀਂ ਹੋਈ। ਅਸੀਂ ਜਿੰਨੇ ਵੀ ਕੇਸ ਸਟੱਡੀ ਕੀਤੇ ਆ, 44 ਕੇਸ ਆ, ਕੁਝ ਕੇਸਾਂ 'ਚ ਇਹਨਾਂ ਨੇ ਚਾਰਜ ਸ਼ੀਟ ਫਾਈਲ ਨਹੀਂ ਸੀ ਕੀਤੀ, ਕਲੋਜ਼ਰ ਰਿਪੋਰਟ ਦਰਜ ਕਰ ਦਿੱਤੀਆਂ ਸੀਗੀਆਂ, ਪਰ ਇੱਕ ਇਹੋ ਜਿਹਾ ਕੇਸ ਨਹੀਂ ਮਿਲਿਆ ਜਿਹਦੇ ਵਿੱਚ ਵੀ ਮੁਲਾਜ਼ਮਾਂ ਜਾਂ ਜਿਹੜੇ ਦੋਸ਼ੀ ਸੀਗੇ ਵੀ ਉਹਨਾਂ ਨੂੰ ਇਹਨਾਂ ਨੇ ਪੁੱਛਗਿੱਛ ਕੀਤੀ। ਤਾਂ ਘੱਟੋ ਘੱਟ ਇਹ ਸਵਾਲ ਪੁੱਛਣੇ ਚਾਹੀਦੇ ਸੀਗੇ ਵੀ ਕਿੰਨੇ ਦਿਨ ਰਹੇ ਕਸਟਡੀ ਵਿੱਚ, ਕਸਟਡੀ ਦਾ ਜਦ ਹਰੇਕ ਥਾਣੇ 'ਚ ਕਸਟਡੀ ਰਿਕਾਰਡ ਹੁੰਦਾ ਆ, ਡੇਲੀ ਡਾਇਰੀ ਹੁੰਦੀ ਹੈ, ਕਿਹੜੇ ਟਾਈਮ ਤੇ ਕਿਹੜੇ ਬੰਦੇ ਨੂੰ ਉੱਥੇ ਰਜਿਸਟਰ ਕੀਤਾ ਹੁੰਦਾ ਵੀ ਇੰਨੇ ਟਾਈਮ ਅਸੀਂ ਇਹਨੂੰ ਗ੍ਰਿਫਤਾਰ ਕੀਤਾ, ਇੰਨੇ ਟਾਈਮ ਅਸੀਂ ਇਹਨਾਂ ਨੂੰ ਰੱਖਿਆ, ਇੰਨੇ ਟਾਈਮ ਅਸੀਂ ਇਹਨੂੰ ਹਿਰਾਸਤ 'ਚੋਂ ਕੱਢਿਆ, ਜੇ ਤੁਸੀਂ ਉੱਥੇ ਪੇਸ਼ ਕਰਦੇ ਕੋਰਟ ਵਿੱਚ, ਉਹ ਸਾਰਾ ਰਿਕਾਰਡ ਇਹਨਾਂ ਨੇ ਇਹ ਚੀਜ਼ ਕਦੇ ਜ਼ਾਹਰ ਨਹੀਂ ਕਰਨ ਦਿੱਤੀ ਕਿਉਂਕਿ ਇਹਨਾਂ ਨੇ ਰੱਖੇ ਸੀਗੇ ਲੀਗਲ ਕਸਟਡੀ ਵਿੱਚ, ਪਰ ਸੀਬੀਆਈ ਇੱਥੇ ਤੱਕ ਗਈ ਨਹੀਂ। ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਕੇਸਾਂ ਦੀ ਜਿਹੜੀ ਜੜ ਸ਼ੁਰੂ ਤੋਂ ਕਮਜ਼ੋਰ ਰਹੀ, ਪਰ ਫਿਰ ਵੀ ਅਸੀਂ ਮਾਤਾ ਦੇ ਸਾਹਮਣੇ ਸਿਰ ਚੁੱਕਦੇ ਹਾਂ ਵੀ ਇਹ ਪਿੱਛੇ ਹਟੇ ਨਹੀਂ। ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਜੇ ਅਸੀਂ ਟਾਈਮਿੰਗ ਵੀ ਦੇਖੀਏ, ਬੜੇ ਜਦ ਉਸ ਟਾਈਮ ਕੋਈ ਇਹੋ ਜਿਹਾ ਵਿਅਕਤੀ ਪੁਲਿਸ ਦੇ ਖਿਲਾਫ ਬੋਲਣਾ ਹੀ ਨਹੀਂ ਸੀ ਚਾਹੁੰਦਾ, 1995 ਵਿੱਚ ਮੇਰਾ ਸਾਹਿਬ ਨੂੰ ਚੁੱਕਿਆ ਗਿਆ ਸੀਗਾ, ਨਾਲੇ ਉਸ ਵੇਲੇ ਤਾਂ ਪੁਲਿਸ ਦਾ ਤਸ਼ੱਦਦ ਸਿਖਰਾਂ ਤੇ ਸੀਗਾ 95-96 ਦੇ ਵਿੱਚ। ਬਿਲਕੁਲ 94 ਚ ਕੁਝ ਲੋਕ
ਪੰਜਾਬ ਹਰਿਆਣਾ ਹਾਈ ਕੋਰਟ 'ਚ ਥੋੜੇ ਲੋਕਾਂ ਨੇ ਇਹ ਹਿੰਮਤ ਕੀਤੀ ਸੀ ਕਿ ਵੀ ਅਸੀਂ ਉੱਥੇ ਪਟੀਸ਼ਨਾਂ ਲਾਈਏ ਵੀ ਬੰਦੇ ਸਾਡੇ ਪੇਸ਼ ਕਰੋ ਜਾਂ ਦੱਸੋ ਵੀ ਕਿੱਥੇ ਜਿਹੜੇ ਲਾਪਤਾ, ਜਿਹੜੇ ਜ਼ਿਆਦਾ ਗਿਣਤੀ ਤੁਸੀਂ ਜੇ ਸਟੱਡੀ ਵੀ ਕਰੋਗੇ 94 'ਚ ਪਟੀਸ਼ਨਾਂ ਦਰਜ ਕੀਤੀਆਂ ਸੀਗਾ ਲੋਕਾਂ ਨੇ। 95 ਚ 94 95 ਚ ਖਾਲੜਾ ਸਾਹਿਬ ਨੇ ਇਹ ਮੁੱਦੇ ਚੁੱਕੇ ਹੋ ਸੀਗੇ ਵੀ ਇੰਨੀਆਂ ਪਟੀਸ਼ਨਾਂ ਫਾਈਲ ਹੋ ਚੁੱਕੀਆਂ, ਇੰਨੇ ਵੱਡੇ ਤੱਤ ਸਬੂਤ ਉਹਨਾਂ ਨੇ ਇਕੱਠੇ ਕਰਕੇ ਪੇਸ਼ ਕੀਤੇ ਸੀਗੇ ਕੋਰਟਾਂ ਵਿੱਚ ਵੀ ਮਤਲਬ ਬੰਦਿਆਂ ਦੀਆਂ ਲਾਸ਼ਾਂ ਨੂੰ ਇਹਨਾਂ ਨੇ ਜਾਇਜ਼ ਤਰੀਕੇ ਦੇ ਨਾਲ ਅਣਪਛਾਤੀਆਂ ਲਾਸ਼ਾਂ ਦਾ ਦਰਜਾ ਦੇ ਕੇ ਸੰਸਕਾਰ ਕੀਤੇ। ਤਾਂ 95 ਵਿੱਚ ਖਾਲੜਾ ਸਾਹਿਬ ਦਾ ਬਾਕੀ ਦੁਨੀਆ ਜਾਣਦੀ ਵੀ ਉਹਨਾਂ ਨੂੰ ਕਿੱਦਾਂ ਚੁੱਕ ਕੇ ਮਾਰ ਕੇ ਲਾਪਤਾ ਕੀਤਾ ਗਿਆ ਸੀਗਾ। ਤਾਂ ਤੁਸੀਂ ਇਹ ਦੇਖੋ 95 ਚ ਮਤਲਬ ਉਹ ਸਾਰਾ ਵਾਕਿਆ ਹੋਇਆ ਖਾਲੜਾ ਸਾਹਿਬ ਦੇ ਨਾਲ। 96 ਵਿੱਚ ਮਤਲਬ 1 ਸਾਲ ਬਾਅਦ ਮਾਤਾ ਜੀ ਨੇ ਫੇਰ ਵੀ ਇਹ ਹਿੰਮਤ ਕੀਤੀ, ਮਤਲਬ ਬਹੁਤ ਵੱਡੀ ਗੱਲ ਹੈ। ਖਿਲਾਫ ਇਹਨਾਂ ਨੇ ਪਟੀਸ਼ਨ ਦਰਜ ਕੀਤੀ। ਤਾਂ ਅਸੀਂ ਇਹ ਵੀ ਕਹਿ ਸਕਦੇ ਵੀ 90% ਜਿਹੜੇ ਹਾਈ ਕੋਰਟ 'ਚ ਕੇਸ ਵੀ ਲੋਕਾਂ ਨੇ ਜਿਹੜੀਆਂ ਰਿਟ ਪਟੀਸ਼ਨਾਂ ਵੀ ਲਾਈਆਂ ਸੀਗੀਆਂ 90% ਡਿਸਮਿਸ ਵੀ ਹੋਈਆਂ। 10% ਮਾਤਾ ਜੀ ਦਾ 10% ਕੇਸਾਂ 'ਚ ਹਿੱਸਾ ਹੈਗਾ ਵੀ ਜਿਨ੍ਹਾਂ ਨੇ ਫਿਰ ਵੀ ਬਹੁਤ ਜ਼ੋਰ ਲਾ ਕੇ ਤਾਂ ਜੱਜਾਂ ਨੂੰ ਪਰਸੂਏਡ ਕੀਤਾ ਵੀ ਤੁਸੀਂ ਇਨਕੁਆਇਰੀਆਂ ਮਾਰਕ ਕਰੋ। ਤਾਂ ਇਸ ਕਰਕੇ ਇਹ ਕੇਸ ਵੀ ਇੱਕ ਬੜਾ ਹਿਸਟੋਰੀਕਲ ਪ੍ਰੈਸੀਡੈਂਟ ਸੈੱਟ ਹੁੰਦਾ ਇਸ ਕੇਸ ਦੇ ਨਾਲ। ਤੇ ਭਾਜੀ ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ, ਮੈਂ ਚਲੋ ਤੁਸੀਂ ਇਹ ਗੱਲ ਕਰਦੇ ਕਰਦੇ ਵੀ ਜਦੋਂ ਕੋਰਟ 'ਚ ਗੱਲਬਾਤ ਕ੍ਰੋਸ ਐਗਜ਼ਾਮ ਹੁੰਦਾ, ਤੁਸੀਂ ਆ ਜਿਹੜੀਆਂ ਗੱਲਾਂ ਆਪਾਂ ਕਰਦੇ ਆਂ ਬਈ CBI ਨੇ ਉਹਨਾਂ ਨੂੰ ਮਤਲਬ ਕਿ ਪੁੱਛਗਿੱਛ ਕਿਉਂ ਨਹੀਂ ਕੀਤੀ ਜਾਂ ਇੰਟੈਰੋਗੇਟ ਕਿਉਂ ਨਹੀਂ ਕੀਤਾ, ਮਤਲਬ ਇਹ ਦੂਜੇ ਪੱਖ ਦੇ ਵਕੀਲਾਂ ਨੂੰ ਆਪਣੇ ਵਕੀਲਾਂ ਨੇ ਸਵਾਲ ਕੀਤੇ ਸੀ ਬਈ ਇਹਦੇ ਵਿੱਚ ਬਹੁਤ ਕਮਜ਼ੋਰੀ CBI ਦੀ ਵੀ ਰਹੀ ਹੈ ਕਿ ਇਹ ਕੇਸ ਨੂੰ ਪੂਰਾ ਜਿਹੜਾ ਸਰਵੇਖਣ ਨਹੀਂ ਹੋਇਆ ਅਸਲ 'ਚ ਪੂਰੇ ਨਤੀਜੇ ਤੇ, ਤਾਂ ਹੀ ਆਪਾਂ ਨਹੀਂ ਪਹੁੰਚ ਸਕੇ ਕਿ CBI ਨੇ ਵੀ ਆਪਣੀ ਡਿਊਟੀ ਪ੍ਰੋਪਰਲੀ ਨਹੀਂ ਕੀਤੀ। ਦੇਖੋ ਜੀ ਇਹ ਜਿਹੜੀਆਂ ਗੱਲਾਂ ਇਹ ਸਿਰਫ ਅਸੀਂ ਅਪੀਲ 'ਚ ਕਰ ਸਕਦੇ ਹਾਂ ਕਿਉਂਕਿ ਜਦ ਟਰਾਇਲ ਚੱਲਦਾ ਤਾਂ ਹਾਂ ਟਰਾਇਲ CBI ਨੇ ਸਿਰਫ ਆਪਣਾ ਪੱਖ ਰੱਖਣਾ ਹੁੰਦਾ, ਤਾਂ ਜਿਹੜੇ ਦੋਸ਼ੀਆਂ ਦੇ ਵਕੀਲ ਜਿਹੜੇ ਡਿਫੈਂਸ ਆ ਉਹਨਾਂ ਨੇ ਆਪਣਾ ਪੱਖ ਰੱਖਣਾ ਹੁੰਦਾ। ਦੋਸ਼ੀਆਂ ਦਾ ਇਹ ਹੁੰਦਾ ਵੀ ਅਸੀਂ ਨਿਰਦੋਸ਼ ਆ, ਵੀ ਉਹਨਾਂ ਨੇ ਐਵੀਡੈਂਸ ਨੂੰ ਚੈਲੰਜ ਕਰਨਾ ਹੁੰਦਾ। CBI ਦੇ ਵਕੀਲ ਨੇ ਆਪਣਾ ਕੇਸ ਪ੍ਰੈਜ਼ੈਂਟ ਕਰਨਾ ਹੁੰਦਾ। ਜਿਹੜਾ ਸਾਡਾ ਰੋਲ ਹੈਗਾ ਕੇਸ ਵਿੱਚ, ਜੇ ਅਸੀਂ ਵਿਕਟਿਮ ਵੱਲੋਂ ਖੜਦੇ ਹਾਂ ਤਾਂ ਸਾਡਾ ਰੋਲ ਹੈਗਾ ਕੰਪਲੇਨੈਂਟ ਕਾਉਂਸਲ ਦਾ। ਤਾਂ ਸਿਰਫ ਅਸੀਂ CBI ਨੂੰ ਅਸਿਸਟ ਕਰ ਸਕਦੇ ਕੋਰਟ 'ਚ, ਨਾ ਕਿ ਇਹਨਾਂ ਦੀ ਇਨਕੁਆਇਰੀ 'ਚ ਬਹੁਤਾ ਅਸੀਂ ਕਿੰਤੂ ਪਰੰਤੂ, ਕਿਉਂਕਿ ਸਾਡਾ ਕੋਈ ਹੱਕ ਨਹੀਂ ਹੈਗਾ ਕੇਸ ਵਿੱਚ। ਨਹੀਂ ਤਾਂ ਮਤਲਬ ਇਹ ਵੀ ਇਲਜ਼ਾਮ ਲੱਗਦੇ ਆ ਕਿ ਤੁਸੀਂ ਆਪਾਂ ਰਿਕੁਐਸਟ ਕਰ ਸਕਦੇ ਹਾਂ, ਰਿਕੁਐਸਟ ਹੀ ਕਰ ਸਕਦੇ ਹਾਂ। ਤੁਸੀਂ ਤੇ ਬੈਕਅਪ ਮਾਤਾ ਜੀ ਹੁਣਾਂ ਦੀ ਜਾਂ ਇਸ ਪਾਸੇ ਮੋਰਲ ਸਪੋਰਟ ਕੀਤੀ ਹੈ ਕਾਨੂੰਨੀ ਪੱਖ ਨੂੰ ਵੀ ਆਹ ਗੱਲ ਜਿਹੜੀ ਹੈ ਮੁਰੇ ਆਪਾਂ ਨੂੰ, ਠੀਕ ਹੈ ਜੀ, ਠੀਕ, ਮੈਂ ਸਮਝ ਗਿਆ ਗੱਲ। ਹਾਂਜੀ, ਪਰ ਸਭ ਤੋਂ ਵੱਡਾ ਇੱਕ ਇਹ ਵੀ ਰੋਲ ਰਹਿੰਦਾ ਜਿਹੜਾ ਕੋਰਟ ਤੋਂ ਬਾਹਰ ਦਾ ਹੈਗਾ ਵੀ ਗਵਾਹਾਂ ਨੂੰ ਟਾਈਮ ਟੂ ਟਾਈਮ ਉੱਥੇ ਪਹੁੰਚਣ, ਤਾਂ ਟਾਈਮ ਟੂ ਟਾਈਮ ਮਤਲਬ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਨਾ ਪਾਇਆ ਜਾਵੇ, ਕੋਈ ਲਾਲਚ ਨਾ ਦਿੱਤੇ ਜਾਣ, ਕੋਈ ਦਬਕਾ ਜਾਂ ਮਤਲਬ ਇਹੋ ਜਿਹੀ ਕੋਈ ਧਮਕੀਆਂ ਨਾ ਦਿੱਤੀਆਂ ਜਾਵੇ। ਤਾਂ ਜੇ ਇਹੋ ਜਿਹਾ ਕੁਝ ਹੁੰਦਾ ਤਾਂ ਫਿਰ ਉੱਥੇ ਕੋਰਟ ਦੇ ਸਾਹਮਣੇ ਸਾਰੀਆਂ ਗੱਲਾਂ ਪੇਸ਼ ਕਰਨੀਆਂ ਹੁੰਦੀਆਂ ਵੀ ਮਤਲਬ ਜਿਹੜੇ ਵਿਟਨੈਸ ਆ ਜਾਂ ਜਿਹੜੇ ਸਾਡੇ ਕਲਾਇੰਟ ਆ, ਜਿਹੜੇ ਕੰਪਲੇਨੈਂਟ ਆ, ਵੀ ਉਹਨਾਂ ਨੂੰ ਡਰਾਉਣ ਧਮਕਾਉਣ ਜਾਂ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਇਸ ਕਰਕੇ ਕੋਰਟ ਇੰਟਰਵੀਨ ਕਰੇ। ਸੋ ਇਸ ਕਰਕੇ ਜਿਹੜਾ ਕੰਪਲੇਨੈਂਟ ਦਾ ਰੋਲ ਹੁੰਦਾ ਟਰਾਇਲ ਵਿੱਚ ਉਹ ਇੱਥੇ ਤੱਕ ਸੀਮਤ ਹੁੰਦਾ ਵੀ ਮਤਲਬ ਮੇਕ ਸ਼ੋਰ ਕਰਨਾ ਵੀ ਜਿਹੜਾ ਟਰਾਇਲ ਪ੍ਰੋਸੈਸ ਇਹ ਫੇਅਰਲੀ ਚੱਲੇ। ਤਾਂ CBI ਦੇ ਉੱਤੇ ਵੀ ਥੋੜਾ ਜਿਹਾ ਪ੍ਰੈਸ਼ਰ ਰਹਿੰਦਾ ਵੀ ਮਤਲਬ ਪਰਿਵਾਰ ਪਿੱਛੋਂ ਮਤਲਬ ਪੂਰੀ ਤਰ੍ਹਾਂ ਕੇਸ ਦੀ ਪੈਰਵਾਈ ਤੇ ਜ਼ੋਰ ਹੋ ਰਿਹਾ। ਪਰ ਜੇ ਅਸੀਂ ਇਹ ਗੱਲ ਦੇਖੀਏ, ਦੇਖ ਮੇਜਰ ਸਿੰਘ ਇੱਕ ਪੁਲਿਸ ਪਾਰਟੀ ਦੇ ਨਾਲ ਸੀਗੇ, ਇਹਨਾਂ ਨੇ ਇਕੱਲਿਆਂ ਨੇ ਨਹੀਂ ਚੁੱਕਿਆ, ਮਤਲਬ ਹੋਰ ਵੀ ਮੁਲਾਜ਼ਮ ਸੀਗੇ, ਪਰ ਉਹਨਾਂ ਦੇ ਉੱਤੇ ਕੋਈ ਕੇਸ ਨਹੀਂ ਚੱਲਿਆ, ਮਤਲਬ ਉਹਨਾਂ ਦੇ ਖਿਲਾਫ ਕੋਈ CBI ਦੀ ਚਾਰਜ ਸ਼ੀਟ ਕਿਸੇ ਦੇ ਨਾਂ ਨਹੀਂ ਦਿੱਤੇ ਹੋਏ। ਤਾਂ ਅਸੀਂ ਇਹ ਵੀ ਦੇਖਦੇ ਹਾਂ ਬਹੁਤ ਸਾਰੇ ਕੇਸਾਂ 'ਚ ਇਹ ਹੁੰਦਾ ਵੀ ਜਿੱਥੇ ਫੇਕ ਇਨਕਾਊਂਟਰ ਵੀ ਇਹਨਾਂ ਨੇ ਕੀਤੇ ਸੀਗੇ, 20-25 ਮੁਲਾਜ਼ਮ ਨਾਲ CRPF BSF ਹੋਰ ਵੀ ਫੋਰਸਾਂ ਨਾਲ ਮੌਜੂਦ ਸੀਗੀਆਂ, ਤਾਂ ਉਸ FIRਾਂ 'ਚ ਨਾਂ ਵੀ ਦਿੱਤੇ ਸੀਗੇ ਵੀ ਕਿਹੜੇ ਮੁਲਾਜ਼ਮ ਸੀਗੇ। ਤਾਂ ਸਿਰਫ ਗਿਣਤੀ ਭਰ ਦੇ ਲੋਕਾਂ ਦੇ ਉੱਤੇ ਇਹ ਪਰਚੇ ਹੁੰਦੇ ਆ। ਸੋ ਇਹ ਬਹੁਤ ਸਾਰੇ ਲਕੂਨੇ ਹੈਗੇ ਕੇਸਾਂ ਵਿੱਚ। ਪਰ ਸਾਡੀ ਕੋਸ਼ਿਸ਼ ਇਹ ਆ ਵੀ ਜਿਹੜੇ ਕੇਸ 17, 18, 19, 20 ਸਾਲਾਂ ਤੋਂ ਜਿਹੜੀਆਂ ਸਟੇਆਂ ਲੱਗੀਆਂ ਸੀਗੀਆਂ ਵੀ ਸਟੇ ਹਟਾ ਕੇ ਇਹ ਟਰਾਇਲ ਤੁਰਨੇ ਚਾਹੀਦੇ, ਕਿਉਂਕਿ ਕੇਸਾਂ 'ਚ ਫੇਰ ਵੀ ਦਮ ਹੈਗਾ। ਤਾਂ ਇੰਨਾ ਐਵੀਡੈਂਸ ਇਕੱਠਾ ਕੀਤਾ ਗਿਆ ਆ ਵੀ ਜਿਹਦੇ ਨਾਲ ਇਹ ਦੋਸ਼ੀਆਂ ਦੇ ਉੱਤੇ ਕੇਸ ਵੀ ਚੱਲਣੇ ਚਾਹੀਦੇ, ਤਾਂ ਅਲਟੀਮੇਟਲੀ ਇਹਨਾਂ ਦੇ ਉੱਤੇ ਸਜ਼ਾ ਵੀ ਹੋਈ। ਜਿਸ ਤਰ੍ਹਾਂ ਮੈਂ ਤੁਹਾਡੇ ਕੋਲ ਭਾਜੀ ਇਸ ਤਰ੍ਹਾਂ ਭਾਜੀ ਮੁੜ ਕੇ ਆਉਣਾ, ਮੈਂ ਆਪਣੇ ਜਗਜੀਤ ਸਿੰਘ ਬਾਜਵਾ ਸਾਹਿਬ ਸਾਡੇ ਨਾਲ ਪੰਜਾਬ ਦੀ ਧਰਤੀ ਤੋਂ ਨੇ। ਭਾਜੀ ਸਾਹਿਬ ਜੀ, ਮੈਂ ਤੁਹਾਡੇ ਕੋਲ ਸਵਾਲ ਇਹ ਜਾਣਨਾ ਚਾਹੁੰਦਾ ਕਿ ਲੋਕਾਂ ਨੂੰ ਇਹ ਦੱਸੋ ਵੀ
ਇਹ ਜਿਹੜਾ ਕੇਸ ਸੀਗਾ ਸਰਦਾਰ ਸੰਤੋਖ ਸਿੰਘ ਦਾ ਮਾਤਾ ਸਵਰਨ ਕੌਰ ਜੀ ਨੇ ਕੀਤਾ ਸੀਗਾ, ਉਹਨਾਂ ਦੇ ਪਰਿਵਾਰ ਦਾ ਪਹਿਲਾਂ ਤਾਂ ਜਜ਼ਬਾ ਬਹੁਤ ਵੱਡਾ ਕਿ ਉਸ ਸਮੇਂ 'ਚ ਕਿ ਲੋਕ ਇੰਨਾ ਥਰ-ਥਰ ਕੰਬਦੇ ਸੀ, ਵੀ ਮਾਤਾ ਜੀ ਨੇ ਬਹੁਤ ਦਲੇਰੀ ਦੇ ਨਾਲ ਇਸ ਲੜਾਈ ਨੂੰ ਲੜਿਆ। ਪਰ ਇਹ ਜਿਵੇਂ ਭਾਜੀ ਸਤਨਾਮ ਸਿੰਘ ਉਹਨਾਂ ਨੇ ਦੱਸਿਆ ਵੀ ਅਸਲ 'ਚ ਇਹਦੇ 'ਚ ਆਪਣੇ ਇਹ 'ਚ ਕਿੰਨੇ ਕੁ ਜਿਹੜੇ ਵਿਟਨੈਸ ਕਿੰਨੇ ਸਨ ਇਸ ਕੇਸ ਵਿੱਚ, ਤੇ ਜਿਹੜੇ ਉਹਨਾਂ ਗਵਾਹਾਂ ਤੇ ਦਬਾਅ ਦਬੂ ਪਾਉਣ ਦਾ ਪ੍ਰੈਸ਼ਰ ਦਾ ਤੁਹਾਡੇ ਕੋਈ ਗੱਲਬਾਤ ਸਾਹਮਣੇ ਆਈ ਇੱਦਾਂ ਦੀ ਵੀ ਪੰਜਾਬ ਪੁਲਿਸ ਨੇ ਜਾਂ ਇਹ ਸਿਸਟਮ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਹੋਵੇ, ਜਾਂ ਕੋਈ ਐਸਾ ਗਵਾਹ ਜਿਹੜਾ ਪਹਿਲਾਂ ਮੰਨਿਆ ਹੋਵੇ ਬਾਅਦ ਵਿੱਚ ਉਹ ਪਿੱਛੇ ਹਟ ਗਿਆ ਹੋਵੇ, ਕੋਈ ਇਦਾਂ ਦੀ ਦੇਖਣ ਨੂੰ ਵੀ ਗੱਲ ਆਈ ਇਹਦੇ ਵਿੱਚ? ਇਹਦੇ ਵਿੱਚ ਕਈ ਕਈ ਪੱਖ ਇਹੋ ਜਿਹੇ ਆਏ ਨੇ ਜਿਹੜੇ ਜੀ ਪਹਿਲੋਂ ਜਦੋਂ ਇਹਦੇ ਚ ਨਾ ਜਦੋਂ ਸੰਤੋਖ ਸਿੰਘ ਨੂੰ ਉੱਥੇ ਹਿਰਾਸਤ ਦੇ ਵਿੱਚ ਰੱਖਿਆ ਗਿਆ, ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਤਰਨਤਾਰਨ ਥਾਣੇ, ਉਸ ਟਾਈਮ ਦੋ ਬੰਦੇ NDPS ਐਕਟ ਦੇ ਵਿੱਚ ਉੱਥੇ ਹੈਗੇ ਸੀ ਪਹਿਲੋਂ ਹੀ ਹਵਾਲਾਤ ਦੇ ਵਿੱਚ, ਜਿਨ੍ਹਾਂ ਨੂੰ ਵੀ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ। ਉਹਨਾਂ ਨੇ ਸੰਤੋਖ ਸਿੰਘ ਨੂੰ ਉੱਥੇ ਵੇਖਿਆ ਵੀ ਇਹਦੇ ਤੇ ਬਹੁਤ ਜ਼ਿਆਦਾ ਟਾਰਚਰ ਕੀਤਾ ਸੀ, ਜਿਹੜਾ ਨਾ ਤੇ ਤੁਰ ਸਕਦਾ ਸੀ, ਨਾ ਬਹਿ ਸਕਦਾ ਸੀ, ਨਾ ਰੋਟੀ ਪਾਣੀ ਖਾ ਸਕਦਾ ਸੀ। ਉਹਨਾਂ ਦਾ ਜਿਹੜਾ ਗਵਾਹੀ ਸੀ ਉਹ CBI ਨੇ ਰਿਕਾਰਡ ਕੀਤੀ ਸੀ। ਜਦੋਂ ਉਹ ਕੋਰਟ ਦੇ ਵਿੱਚ ਗਵਾਹੀ ਦੇਣ ਆਏ, ਉਹ ਚੀਫ ਉਹਨਾਂ ਦਾ ਬਿਲਕੁਲ ਸਹੀ ਹੋ ਗਿਆ। ਜਦੋਂ ਉਸ ਤੋਂ ਬਾਅਦ ਕੋਰਟ ਦੇ ਡੇਟ ਪੈ ਗਈ, ਕ੍ਰਾਸ ਅਗਲੇ ਦਿਨ ਬਾਅਦ ਚ ਹੋਣਾ ਅਗਲੀ ਡੇਟ ਤੇ ਉਸ ਟਾਈਮ ਮੇਜਰ ਸਿੰਘ ਨੇ ਉਹਨਾਂ ਨੂੰ ਧਮਕਾਇਆ ਵੀ ਤੁਸੀਂ ਪਿੰਡ ਚੱਲੋ, ਮੈਂ ਤੁਹਾਨੂੰ ਵੇਖਦਾ ਵਾਂ, ਤੁਹਾਨੂੰ ਮਾਰ ਦਾਂਗਾ, ਉਹ ਕਰ ਦਾਂਗਾ। ਉਸੇ ਟਾਈਮ ਹੀ ਉਹ ਦੁਬਾਰਾ ਫੇਰ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਪੇਸ਼ ਹੋਏ ਵੀ ਸਾਨੂੰ ਇਹ ਇਸ ਤਰ੍ਹਾਂ ਧਮਕੀਆਂ ਦੇ ਰਿਹਾ ਤੇ ਸਾਨੂੰ ਜਿਹੜਾ ਵਾ ਤੁਸੀਂ ਸਿਕਿਉਰਿਟੀ ਦਿਓ। ਪਰ ਜੱਜ ਸਾਹਿਬ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਤੁਹਾਡੀ ਜਿਹੜੀ ਹੈ CBI ਪ੍ਰੋਟੈਕਸ਼ਨ ਕਰੂਗੀ। ਉਸ ਤੋਂ ਬਾਅਦ ਦੁਬਾਰਾ ਉਹ ਡੇਟ ਜਦੋਂ ਪੈ ਗਈ, ਅਗਲੀ ਡੇਟ ਤੇ ਉਹ ਬੰਦੇ ਆਣ ਕੇ ਤੇ ਮੁੱਕਰ ਜਾਂਦੇ ਆ ਗਵਾਹੀ ਦੇ ਉੱਤੋਂ। ਇਹ ਸਾਰੇ ਜਿਹੜਾ ਇਸ ਤਰ੍ਹਾਂ ਦੇ ਵਰਤਾਰੇ ਸਾਬਤ ਕਰਦੇ ਆ ਵੀ ਉਸ ਟਾਈਮ ਕਿੰਨਾ ਪ੍ਰੈਸ਼ਰ ਸੀ। ਦੂਜੀ ਗੱਲ, ਮਾਤਾ ਨੂੰ ਤੇ ਲਾਸਟ ਡੇ ਤੱਕ 50 ਲੱਖ ਰੁਪਏ ਦੀ ਜਿਹੜੀ ਆ ਆਫਰ ਹੁੰਦੀ ਰਹੀ ਆ, ਵੀ 50 ਲੱਖ ਰੁਪਏ ਲੈ ਲਓ, 50 ਲੱਖ ਰੁਪਇਆ ਲੈ ਲਓ। ਉਹ ਵੀ ਜਿਹੜੇ ਸਾਡੇ ਪੰਥਕ ਆਪਣੇ ਆਪ ਨੂੰ ਕਹਾਉਂਦੇ ਲੀਡਰ ਨੇ, ਉਹਨਾਂ ਦੇ ਰਾਹੀਂ ਉਹ ਬੰਦੇ ਮਤਲਬ ਸਾਡੀ ਟੀਮ ਦੇ ਵਿੱਚ ਹੀ ਜਿਹੜਾ ਵਾ ਉਹਨਾਂ ਦੇ ਵੀ ਫੋਨ ਆਏ ਆ ਵੀ ਤੁਸੀਂ ਇਸ ਤਰ੍ਹਾਂ ਕਰਾ ਦਿਓ, ਇਹਨਾਂ ਦਾ ਇਸ ਤਰ੍ਹਾਂ ਕਰਾ ਦਿਓ। ਉਹ ਵੀ ਜਿਹੜੇ ਪੰਥਕ ਸ਼ਖਸੀਅਤਾਂ ਵਾ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਉਹਨਾਂ ਨੂੰ ਨਾ ਲੈਣਾ ਚਾਹੁੰਦੇ? ਨਹੀਂ, ਨਾ ਨਹੀਂ ਮੈਂ ਲੈਣਾ ਚਾਹੁੰਦਾ। ਮੈਂ ਉਹਨਾਂ ਨੂੰ ਸਿਰਫ ਇੰਨਾ ਹੀ ਵੀ ਆਪਣੀ ਜ਼ਮੀਰ ਦੀ ਆਵਾਜ਼ ਤੁਸੀਂ ਪਛਾਣੋ। ਜਿਹੜੀ ਇੱਕ ਮਾਤਾ 31-32 ਸਾਲ ਤੋਂ ਵਿਧਵਾ ਮਾਤਾ ਇਨਸਾਫ ਦੀ ਲੜਾਈ ਲੜ ਰਹੀ ਆ, ਤੇ ਤੁਸੀਂ ਉਹਦੇ ਵਾਸਤੇ ਤੁਸੀਂ ਇੱਕ ਗੱਡੀ 'ਚ ਹੂਟਾ ਲਿਆ ਹੋਊ, ਇਹਦੇ 'ਚ ਗੱਡੀ 'ਚ ਸਫ਼ਰ ਕੀਤਾ ਹੋਊ ਨਾ ਪੰਜਾਬ 'ਚ ਆਣ ਕੇ, ਤੇ ਤੁਸੀਂ ਬਾਹਰ ਬੈਠੇ ਆਫਰਾਂ ਕਰ ਰਹੇ ਹੋ। ਤੁਹਾਨੂੰ ਆਪਣੇ ਆਪ ਸੋਚਣਾ ਚਾਹੀਦਾ ਇਹੋ ਜਿਹੀਆਂ ਗੱਲਾਂ ਕਰਨ ਲੱਗਿਆ। ਦੂਜੇ ਨੰਬਰ ਤੇ ਇਹ ਜਿਹੜਾ ਜਦੋਂ ਤੋਂ ਇਹ ਕੇਸ ਚੱਲਿਆ ਵਾ, ਜਿਹੜੇ ਮਲਕੀਤ ਸਿੰਘ ਜਿਨ੍ਹਾਂ ਨਾਲ ਤੁਹਾਡੀ ਗੱਲ ਹੋਈ ਆ, ਇਹਨਾਂ ਨੂੰ ਵੀ 2-3 ਵਾਰੀ ਉਹਨਾਂ ਨੇ ਚੁੱਕਣ ਦਾ ਯਤਨ ਕੀਤਾ, ਬਹੁਤ ਇਹਨਾਂ ਨੂੰ ਡਰਾਇਆ ਧਮਕਾਇਆ। ਇਹ ਵੀ ਉਹਦੇ ਵਿੱਚ ਜਿਹੜੇ ਇਹਨਾਂ ਦੀ ਗਵਾਹੀ ਹੈਗੀ ਸੀ। ਇਹ ਸਾਰੇ ਮਤਲਬ ਜਿਹੜੀਆਂ ਉੱਥੋਂ ਪਹਿਲੋਂ ਜਿਹੜੇ ਇਹਨਾਂ ਦੇ ਚੀਫ ਹੋਏ ਆ, ਉਹ ਹੋਰ ਨੇ। ਕ੍ਰਾਸ ਦੇ ਵਿੱਚ ਇਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਉਹਦੇ ਤੋਂ ਕਈ ਗੱਲਾਂ ਤੋਂ ਇਹਨਾਂ ਨੂੰ ਥੜਕਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਆ। ਤੇ ਪਰ ਜਿਹੜੀ ਮਾਤਾ ਵਾ, ਇਹ ਆਪਣੇ ਦ੍ਰਿੜ ਇਰਾਦੇ ਨਾਲ 31 ਸਾਲ 31/7/91 ਤੋਂ ਲੈ ਕੇ 31/1/2022 ਤੱਕ ਜਿਹੜਾ 31 ਸਾਲ ਦਾ ਸਫ਼ਰ ਆ, ਜਿਹੜੀ ਮਾਤਾ ਹੁਣ ਤੁਰਦੀ ਵੀ ਵਾਕਰ ਦੇ ਸਹਾਰੇ ਦੇ ਨਾਲ ਆ। ਜਿਸ ਦਿਨ ਇਹ ਫੈਸਲੇ ਤੇ ਗਈ ਸੀ, ਬਹੁਤ ਹੀ ਔਖਾ ਹੋ ਕੇ ਤੇ ਉੱਥੇ ਪਹੁੰਚੀ। ਜਿਸ ਦਿਨ ਪਹਿਲੋਂ ਵੀ ਇਸ ਦਾ ਆਰਗੂਮੈਂਟ ਹੋਣੀ, ਉਸ ਦਿਨ ਵੀ ਮਾਤਾ ਪਹੁੰਚੀ ਸੀ, ਤੇ ਉਸ ਟਾਈਮ ਉੱਥੋਂ ਹਾਈ ਕੋਰਟ ਦੇ ਵਿੱਚੋਂ ਸਟੇ ਹੋ ਕੇ ਆ ਗਿਆ ਸੀ। 2 ਸਾਲ ਬਾਅਦ ਇਹਦਾ ਸਟੇ ਜਿਹੜਾ ਵਕੇਟ ਹੋਇਆ। ਆਹ ਮਾਤਾ ਨੂੰ ਇੰਨਾ ਜਿਹੜਾ ਵੇਖਣ ਦਾ ਮੌਕਾ ਮਿਲ ਗਿਆ ਵੀ ਉਹ ਜੇਲ੍ਹ 'ਚ ਜਾਂਦਾ ਵੇਖ ਕੇ ਮਾਤਾ ਦੀਆਂ ਕੁਝ ਆਂਦਰਾਂ ਨੂੰ ਠੰਡ ਪਈ ਹੋਊਗੀ, ਪਰ ਇਹਨੂੰ ਇਨਸਾਫ ਨਹੀਂ ਗਿਣਿਆ ਜਾ ਸਕਦਾ। ਭਾਜੀ ਇੱਕ ਸਵਾਲ ਤੁਹਾਡੇ ਕੋਲ ਜਾਂਦੇ ਜਾਂਦੇ ਮੈਂ ਹੋਰ ਪੁੱਛ ਲਵਾਂ ਬਈ, ਇਹ ਤੋਂ ਅਗਲਾ ਹੁਣ ਮੈਨੂੰ ਪਤਾ ਵੀ ਜਿਹੜਾ ਫੈਸਲਾ ਜਿਹੜਾ ਆਇਆ, ਜਿਹੜਾ ਜੋ ਵੀ ਹੈ, ਚਲੋ ਇਹ ਗੱਲ ਤਾਂ ਹੈਗੀ ਆ ਬਈ ਸੂਈ ਜਿਹੜੀ ਹੈ ਉਹਦੇ ਨਾਲੋਂ ਸੂਲ ਹੈ ਭਾਵੇਂ,
ਪਰ ਜੋ ਸਾਨੂੰ ਤਸ਼ੱਦਦ ਜਿਹੜਾ ਪਰਿਵਾਰ ਤੇ ਹੋਇਆ, ਜੋ ਪਰਿਵਾਰ ਨੇ ਭੋਗਿਆ, ਤੇ ਐਂਡ ਦਾ ਡੇ ਇਹਨੂੰ ਇੱਕ ਮਲਮ ਕਹਿ ਸਕਦੇ ਹਾਂ ਬਈ ਜਿਹੜਾ ਉਹ ਬੰਦਾ ਹੈ ਉਹ SHO ਜਿਹੜਾ ਉਹ ਜੇਲ੍ਹ ਦੀਆਂ ਸਲਾਖਾਂ 'ਚ ਗਿਆ। ਤੁਹਾਨੂੰ ਹੁਣ ਮੈਂ ਪੁੱਛਣਾ ਚਾਹੁੰਦਾ ਵੀ ਉਹ ਜੇਲ੍ਹ 'ਚ ਚਲਾ ਗਿਆ ਜਾਂ ਉਹਨੇ ਜਾਣਾ, ਜਾਂ ਉਹਨੇ ਕੋਈ ਅਪੀਲ ਤਾਂ ਨਹੀਂ ਅੱਗੇ ਕਰ ਦਿੱਤੀ? ਤੁਹਾਨੂੰ ਪਤਾ ਇੰਡੀਆ ਦਾ ਸਿਸਟਮ ਇਦਾਂ ਦਾ ਹੀ ਹੈ, ਇਦਾਂ ਦੇ ਬੰਦਿਆਂ ਨੂੰ ਜਿਹੜਾ ਲੂਪ ਹੋਲ ਬੜੇ ਹੁੰਦੇ ਇਹਨਾਂ ਕੋ। ਤੇ ਇੱਕ ਗੱਲ ਇਹ ਆ ਵੀ ਅੱਗੇ ਆਪਾਂ ਵੀ ਕੁਛ, 2 ਸਵਾਲ ਆ ਮੇਰੇ ਵੀ ਅੱਗੇ ਇਸ ਕੇਸ ਨੂੰ ਫਰਦਰ ਵੀ ਤੁਸੀਂ ਕੁਛ ਕਰ ਰਹੇ ਆ ਅੱਗੇ ਸਟੈਪ ਤੇ ਵੀ ਸਜ਼ਾ ਘੱਟ ਮਿਲੀ ਆ, ਇਹ ਜ਼ਰੂਰ ਦੋਨਾਂ ਪੱਖਾਂ ਦੀ ਗੱਲ ਦੱਸ ਦਿਓ। ਵੇਖੋ ਜੀ, ਜਿਸ ਦਿਨ ਵੀ ਸਜ਼ਾ ਹੋ ਜਾਂਦੀ ਹੈ ਨਾ, ਜਦੋਂ ਉਹਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ, ਕੋਰਟ ਉਸੇ ਵੇਲੇ ਹੀ ਉਸ ਬੰਦੇ ਨੂੰ ਅਰੈਸਟ ਕਰ ਲੈਂਦੀ ਆ। ਇਹਨੂੰ 10 ਸਾਲ ਦੀ ਸਜ਼ਾ ਹੋਈ ਸੀ, ਜੱਜ ਸਾਹਿਬ ਨੇ ਜਦੋਂ ਇਹਨੂੰ ਦੋਸ਼ੀ ਕਰਾਰ ਦਿੱਤਾ ਉਸੇ ਵੇਲੇ CBI ਨੂੰ ਕਹਿ ਦਿੱਤਾ ਸੀ ਉਹਨਾਂ ਵੀ ਇਹਨੂੰ ਅਰੈਸਟ ਕਰੋ, ਕੋਰਟ ਦੇ ਵਿੱਚ ਬਿਠਾ ਲਿਆ। ਇਹ 31/1/22 ਨੂੰ ਹੀ ਜਿਹੜਾ ਜੇਲ੍ਹ ਦੇ ਵਿੱਚ ਚਲਾ ਗਿਆ। ਉਸ ਤੋਂ ਬਾਅਦ ਜਿਹੜਾ ਇਹਦਾ ਅਪੀਲ ਦਾ ਰਾਈਟ ਆ, ਉਹ ਤੇ ਹਾਈ ਕੋਰਟ ਦੇ ਵਿੱਚ ਅਪੀਲ ਕਰੂਗਾ, ਪਰ ਉਹ ਐਡੀ ਛੇਤੀ ਉੱਥੇ ਸੁਣਵਾਈ ਨਹੀਂ ਹੋ ਸਕਦੀ। 1/3 ਜਿਹੜੀ ਇਹ ਸਜ਼ਾ ਵਾ ਉਹ ਇਹਨੂੰ ਕੱਟਣੀ ਪਊਗੀ, ਉਸ ਤੋਂ ਬਾਅਦ ਹੀ ਉਹ ਅਪੀਲ ਦੀ ਸੁਣਵਾਈ ਹੋਊਗੀ। ਪਰ ਜਿਹੜੀਆਂ ਸਰਕਾਰ ਦੀਆਂ ਚੋਰ ਮੋਰੀਆਂ ਤੇ ਇਹਨਾਂ ਨੂੰ ਪ੍ਰੋਟੈਕਟ ਕਰਨ ਦੀਆਂ ਕਾਰਵਾਈਆਂ ਨੇ, ਉਹਨਾਂ ਦੇ ਰਾਹੀਂ ਇਹਨਾਂ ਨੂੰ ਜਿਹੜੀ ਹੈਗੀ ਆ ਪਰੋਲ ਬਾਰ-ਬਾਰ, ਕਦੀ ਮੈਡੀਕਲ ਪਰੋਲ ਦੇ ਦੇਣਗੇ, ਕਦੀ ਜਿਹੜੀ ਉਤਰਾ ਪਰੋਲ ਇਹਨਾਂ ਦੀ ਬਣਦੀ ਆ ਉਹ ਦਈ ਜਾਣਗੇ। ਉਹਦੇ ਵਾਸਤੇ ਸਾਲ ਦੇ ਵਿੱਚ 2-3 ਵਾਰੀ ਇਹਨਾਂ ਨੂੰ, ਜਿੰਨੇ ਵੀ ਇਹ ਮੁਲਜ਼ਮ ਨੇ, ਜਿਸ ਤਰ੍ਹਾਂ ਮਲਕੀਤ ਸਿੰਘ ਹੋਣਾ ਨੇ ਦੱਸਿਆ ਵੀ ਇਹਦਾ ਇੱਕ ਜਿਹੜਾ ਕੁੜਮ ਆ ਸੂਬਾ ਸਰਹੰਦ ਆਪਣੇ ਆਪ ਨੂੰ ਖਵਾਉਂਦਾ ਸੀ, ਉਹ ਬਾਬਾ ਚਰਨ ਸਿੰਘ ਵਾਲੇ ਕੇਸ, ਜਿਹੜੇ ਕੇਸ ਦੀ ਤੁਸੀਂ ਭਾਜੀ ਸਤਨਾਮ ਨਾਲ ਗੱਲ ਕਰ ਰਹੇ ਸੋ, ਉਹਦੇ ਵਿੱਚ 2 ਕੇਸਾਂ ਦੇ ਵਿੱਚ ਉਹ 10-10 ਸਾਲ ਦੀ ਜਿਹੜਾ ਸਜ਼ਾ ਭੁਗਤ ਰਿਹਾ। ਇਹ ਜਿਹੜੇ ਇਹੋ ਜਿਹੇ ਬੰਦਿਆਂ ਦੀ ਜੁੰਡਲੀ ਉਹ ਬਿਲਕੁਲ ਇਕੱਠੀ ਸੀ ਤੇ ਉਹ ਇਹ ਕ੍ਰਾਈਮ ਕਰਦੇ ਸੀ। ਇਸ ਕਰਕੇ ਤੇ ਜਿਹੜਾ ਦੂਸਰਾ ਸਾਡਾ ਗੈਂਗ ਦੇ ਹਿਸਾਬ ਨਾਲ ਇਹਨਾਂ ਦਾ ਗੈਂਗ ਸੀ ਪੂਰੀ ਇਹਨਾਂ ਦੀ। ਹਾਂਜੀ, ਜਿਹੜਾ ਦੂਸਰਾ ਸਾਡਾ ਅਪੀਲ ਦਾ ਸਾਡਾ ਵੀ ਰਾਈਟ ਆ, ਅਸੀਂ ਵੀ ਅਪੀਲ ਕਰਾਂਗੇ ਵੀ ਇਹਨੂੰ ਜਿਹੜੀ ਇਹ ਸਜ਼ਾ ਵਾ ਬਿਲਕੁਲ ਘੱਟ ਹੋਈ ਆ ਤੇ ਜਿਹੜੀ ਆ ਇਹਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ। ਉਹ ਸਾਡਾ ਵੀ ਰਾਈਟ ਆ ਤੇ ਉਹਦਾ ਵੀ ਰਾਈਟ ਆ। ਉਹ ਅਪੀਲ ਕਦੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਆ ਉਹ ਬਾਅਦ ਦੀਆਂ ਗੱਲਾਂ। ਫਿਲਹਾਲ ਇਹ ਜਿਹੜਾ ਵਾ ਬੰਦਾ 31/1/22 ਨੂੰ ਜੇਲ੍ਹ ਦੇ ਵਿੱਚ ਜਾ ਚੁੱਕਾ ਵਾ, ਐਡੀ ਛੇਤੀ ਬਾਹਰ ਨਹੀਂ ਆ ਸਕਦਾ। ਸਰਕਾਰ ਦੀਆਂ ਜਿਹੜੀਆਂ ਚੋਰ ਮੋਰੀਆਂ ਨੇ ਉਹਨਾਂ ਦੇ ਰਾਹੀਂ ਤੇ ਇਹਨਾਂ ਨੂੰ ਉਹ ਥੋੜੀ ਦੇ ਸਕਦੇ ਨੇ ਰਾਹਤ, ਪਰ ਕੋਰਟ ਵੱਲੋਂ ਇਹਨਾਂ ਨੂੰ ਇਸ ਤਰ੍ਹਾਂ ਰਾਹਤ ਨਹੀਂ ਮਿਲ ਸਕਦੀ ਜਿੰਨਾ ਚਿਰ ਉੱਥੇ ਅਪੀਲ ਦੀ ਸੁਣਵਾਈ ਨਹੀਂ ਹੁੰਦੀ। ਉਹ ਤੇ ਅਸੀਂ ਆਸ ਕਰਦੇ ਹਾਂ ਤੁਸੀਂ ਇਹ ਤੇ ਨਿਗਾਹ ਰੱਖੋਗੇ। ਪਰ ਭਾਜੀ ਮੈਂ ਇੱਕ ਗੱਲ ਤੁਹਾਡੇ ਕੋਲ ਲਾਸਟ ਸਵਾਲ ਹੈ ਮੇਰਾ, ਫਿਰ ਭਾਈ ਸਤਨਾਮ ਸਿੰਘ ਉਹਨਾਂ ਕੋਲ ਜਾਣਾ ਵੀ ਜਦੋਂ ਜੇਲ੍ਹ ਇਹਨੂੰ ਸਜ਼ਾ ਸੁਣਾਈ ਗਈ, ਜੋ ਵੀ ਫੈਸਲਾ ਆਉਂਦਾ, ਤੁਸੀਂ ਉਸ ਵੇਲੇ ਕੋਰਟ 'ਚ ਸੀਗੇ ਮੌਜੂਦ? ਹਾਂਜੀ, ਮੈਂ ਉਸ ਵੇਲੇ ਕੋਰਟ ਦੇ ਵਿੱਚ ਮੌਜੂਦ ਸੀ, ਮਾਤਾ ਵੀ ਉੱਥੇ ਮੌਜੂਦ ਸੀ। ਇਹ ਮਲਕੀਤ ਸਿੰਘ, ਜਦੋਂ ਇਹ ਫੈਸਲਾ ਆਉਂਦਾ, ਮੈਂ ਜਾਣਨਾ ਚਾਹੁੰਦਾ ਵੀ ਤੁਸੀਂ ਇਹਦਾ ਚਿਹਰਾ ਕਿਹੋ ਜਿਹਾ ਭਾਵ ਸੀ, ਕੀ ਇਹਦੇ ਚਿਹਰੇ ਤੇ ਉਸ ਵੇਲੇ ਇੰਪ੍ਰੈਸ਼ਨ ਸੀਗਾ, ਉਹ ਜ਼ਰੂਰ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਵੀ ਜਦੋਂ ਇਹਦੇ ਇੰਪ੍ਰੈਸ਼ਨ ਤੇ ਵੇਖੋ ਜੀ, ਇਹਨੂੰ ਸਵੇਰੇ ਜਦੋਂ 11 ਵਜੇ ਕੋਰਟ ਨੇ ਇਹਨੂੰ ਦੋਸ਼ੀ ਕਰਾਰ ਦੇ ਕੇ ਅਰੈਸਟ ਕਰ ਲਿਆ ਸੀ, ਉਸ ਤੋਂ ਬਾਅਦ ਇਹ ਬਾਰ-ਬਾਰ ਜਿਹੜਾ ਆਪਣੇ ਵਕੀਲ ਨੂੰ ਫੋਨ ਕਰਦਾ ਰਿਹਾ। ਉਸ ਦਿਨ ਜਿਹੜਾ ਇਹਦਾ ਵਕੀਲ ਆ ਉਹ ਉੱਥੇ ਪਹੁੰਚਿਆ ਹੀ ਨਹੀਂ ਸ਼ਾਮ ਤੱਕ, 3 ਵਜੇ ਤੱਕ, 3:30 ਵਜੇ ਤੱਕ ਕੋਰਟ ਨੇ ਉਹਦਾ ਇੰਤਜ਼ਾਰ ਕਰਕੇ ਫਿਰ ਇਹਨੂੰ ਕਿਹਾ ਵੀ ਜੇ ਤੂੰ ਆਪਣੀ ਸਫਾਈ ਦੇ ਵਿੱਚ ਕੁਝ ਕਹਿਣਾ ਚਾਹੁੰਦਾ ਤੇ ਕਹਿ। ਇਹਦਾ ਜਿਹੜਾ ਚਿਹਰਾ ਬਹੁਤ ਉਤਰਿਆ ਆ, ਇਹ ਹੱਥ ਜੋੜ ਕੇ ਕੋਰਟ ਦੇ ਗਾੜੀ ਖੜਾ ਸੀ ਤੇ ਕੰਬੀ ਜਾਂਦਾ ਸੀ ਤੇ ਕੋਰਟ ਨੂੰ ਰਿਕਵੈਸਟ ਕਰਦਾ ਸੀ ਜੀ ਮੈਂ ਖਲੋ ਨਹੀਂ ਸਕਦਾ, ਮੈਨੂੰ ਬਹਿਣ ਦੀ ਇਜਾਜ਼ਤ ਦਿੱਤੀ ਜਾਵੇ। ਤੇ ਜਿਹੜੇ ਐਨਕਾਂ ਲਾ ਕੇ ਬਾਰ-ਬਾਰ ਰੁਮਾਲ ਦੇ ਨਾਲ ਆਪਣੀਆਂ ਅੱਖਾਂ ਪੂੰਝਦਾ ਸੀ, ਇਹਦੇ ਗਲੇਡੂ ਬਾਹਰ ਡਿੱਗਦੇ ਸੀ। ਇਹੋ ਜੀ ਇਹਨਾਂ ਲੋਕਾਂ ਦੀ ਹਾਲਤ ਇਹਨੂੰ ਜੇ ਤੂੰ ਆਪਣੀ ਸਫਾਈ 'ਚ ਕੁਝ ਕਹਿਣਾ ਚਾਹੁੰਦਾ, ਕੁਝ ਕਿਹਾ ਇਹਨੇ ਬਈ ਕੀ ਕਿਹਾ ਕੇਸ ਬਾਰੇ, ਕੁਝ ਕਿਹਾ ਜਾਂ ਕੋਈ ਗੱਲਬਾਤ ਕੀਤੀ ਇਹਨੇ ਵੀ ਮੈਂ ਕਿਉਂ ਮਤਲਬ ਇਹ ਕੰਮ ਕੀਤਾ ਇਹਨਾਂ ਕੋ? ਜਿਹੜਾ ਸਫਾਈ ਦੇ ਵਿੱਚ ਇਹਨੇ ਇਹ ਗੱਲ ਬਿਲਕੁਲ ਨਹੀਂ ਕਹੀ ਵੀ ਮੈਂ ਨਿਰਦੋਸ਼ ਆ ਜਾਂ ਮੈਂ ਇਹ ਬੰਦੇ ਨੂੰ ਨਹੀਂ ਮਾਰਿਆ। ਇਹ ਤੇ ਬਸ ਆਪਣੀਆਂ ਬਿਮਾਰੀਆਂ ਗਣਾਉਂਦਾ ਰਿਹਾ ਵੀ ਮੈਂ ਬਜ਼ੁਰਗ ਬੰਦਾ ਵਾਂ, 77 ਸਾਲ ਮੇਰੀ ਉਮਰ ਆ, ਮੈਨੂੰ ਸ਼ੂਗਰ ਆ, ਬਲੱਡ ਪ੍ਰੈਸ਼ਰ ਆ, ਪੈਰਾਲਾਈਜ਼ ਹੋਇਆ ਵਾ, ਇਹੋ ਜਿਹੀਆਂ ਗੱਲਾਂ ਕਰਦਾ ਰਿਹਾ। ਤੇ ਦੂਸਰਾ ਫਿਰ ਕੋਰਟ ਨੂੰ ਇੱਕ ਨਵਾਂ ਗੁੰਮਰਾਹ ਕਰਨ ਦਾ ਇਹਨੇ ਕੋਸ਼ਿਸ਼ ਕੀਤੀ ਆ ਵੀ ਮੇਰੀ ਇੱਕ ਹਾਈ ਕੋਰਟ ਦੇ ਵਿੱਚ ਕਹਿੰਦਾ ਇੱਕ ਪਟੀਸ਼ਨ ਅਜੇ ਪੈਂਡਿੰਗ ਪਈ ਆ, ਉਹਦੇ ਤੇ ਵੀ ਅੱਧਾ ਘੰਟਾ ਇਹਨੇ ਟਾਈਮ ਕੋਰਟ ਦਾ ਖਰਾਬ ਕੀਤਾ। ਲਾਸਟ ਤੱਕ ਵੀ ਇਹ ਜਿਹੜੇ ਲੋਕ ਨੇ ਉਹ ਚਲਾਕੀਆਂ ਮਾਰਨੋਂ ਨਹੀਂ ਹਟਦੇ, ਇਹੋ ਜਿਹੀਆਂ ਗੱਲਾਂ ਤੇ ਕਰਦੇ। ਇਹਨੇ ਇੱਕ ਵਾਰੀ ਨਹੀਂ ਇਹ ਕਿਹਾ ਵੀ ਮੈਂ ਜਿਹੜਾ ਵਾ ਇਹ ਮੇਰੇ ਕੋਲ ਗਲਤੀ ਹੋ ਗਈ ਆ ਜਾਂ ਮੈਂ ਇਹ
ਗਲਤ ਕੰਮ ਕੀਤਾ ਵਾ, ਇਹ ਪਾਸੇ ਤੇ ਇਹਨੇ ਸਫਾਈ ਆਪਣੀ ਕੋਈ ਦਿੱਤੀ ਨਹੀਂ ਆ, ਨਾ ਅੱਜ ਤੱਕ ਇਹ ਸਾਬਤ ਕਰ ਸਕਿਆ ਵੀ ਉਹਨੂੰ ਕਿਹੜੇ ਕੇਸ ਦੇ ਵਿੱਚ ਚੁੱਕਿਆ ਸੀ ਤੇ ਜਿਹੜਾ ਕਰਕੇ ਉਹਨੂੰ ਲਾਪਤਾ ਕਰ ਦਿੱਤਾ ਗਿਆ। ਸੋ ਬਹੁਤ ਭਾਜੀ ਤੁਹਾਡਾ ਧੰਨਵਾਦ ਹੈ ਸਰਦਾਰ ਜਗਜੀਤ ਸਿੰਘ ਜੀ। ਇਹ ਵੀ ਸਾਡੇ ਨਾਲ ਪੰਜਾਬ ਦੀ ਧਰਤੀ ਤੋਂ ਐਡਵੋਕੇਟ ਸਾਹਿਬ ਨੇ ਉਧਰ ਜੁੜੇ ਸਨ। ਇਹ ਕੇਸ ਜਿਹੜਾ ਭਾਜੀ ਸਤਨਾਮ ਸਿੰਘ ਸਟੂਡੀਓ ਭਾਈ ਸਾਡੇ ਨਾਲ ਨੇ। ਭਾਈ ਸਤਨਾਮ ਸਿੰਘ ਜੀ, ਮੈਂ ਤੁਹਾਡੇ ਕੋਲ ਤਕਰੀਬਨ ਮੈਨੂੰ ਲੱਗਦਾ ਸਮਾਂ ਆਪਣਾ ਹੋ ਗਿਆ। ਮੈਨੂੰ ਲੱਗਦਾ ਇੱਥੇ ਆਪਾਂ ਨੂੰ ਹੋਰ ਵੀ ਗੱਲਬਾਤ ਮੈਂ ਚਾਹੁੰਦਾ ਕਿ ਰੈਗੂਲਰ ਬੇਸ ਜਿਹੜੀ ਹੈ ਇੰਡੀਆ ਦੀ ਤੁਹਾਡੀ ਟੀਮ ਆ, ਤੁਸੀਂ ਆ, ਆਪਾਂ ਸਾਰੇ ਰਲ ਮਿਲ ਕੇ ਲੋਕਾਂ ਨੂੰ ਜਾਗਰੂਕ ਕਰੀਏ ਵੀ ਲੋਕ ਅੱਗੇ ਆਉਣ। ਹਲੇ ਮੈਨੂੰ ਇੰਨਾ ਪਤਾ, ਮੇਰਾ ਆਪਣਾ ਬਲੀਵ ਹੈ ਕਿ ਬਹੁਤ ਕੇਸ ਇੱਦਾਂ ਦੇ ਨੇ ਜੇ ਇਹਨਾਂ ਨੂੰ ਆਪਾਂ ਜ਼ਿਆਦਾ ਮੀਡੀਆ ਤੇ ਗੱਲ ਕਰੀਏ। ਬਾਹਰਲੀਆਂ ਕੰਟਰੀਆਂ 'ਚ ਕੁਝ ਬਸੇ ਹੋਏ ਲੋਕ ਨੇ ਤੇ ਇਹ ਗੱਲਾਂ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਕੋਹ ਕੇ ਮਾਰਿਆ, ਉਹ ਜ਼ਰੂਰ ਚਾਹੇ ਮਰਨ ਤੋਂ ਇੱਕ ਦਿਨ ਪਹਿਲਾਂ ਹੀ ਆ, ਉਹ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਉਹ ਬੰਦੇ ਐਡਰੈਸ ਹੋਣੇ ਚਾਹੀਦੇ, ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜ਼ਰੂਰ ਜਾਣੇ ਚਾਹੀਦੇ ਆ। ਭਾਈ ਸਤਨਾਮ ਸਿੰਘ ਜੀ, ਕੋਈ ਗੱਲ ਮੇਰੇ ਕੋਲੋਂ ਰਹਿ ਗਈ ਹੋਵੇ ਪੁੱਛਣੋਂ, ਜਾਂ ਭਾਜੀ ਬਾਜਵਾ ਸਾਹਿਬ ਆ, ਕੋਈ ਦੋਨਾਂ ਚੋਂ ਪਹਿਲਾਂ ਸਤਨਾਮ ਸਿੰਘ ਭਾਜੀ ਤੁਸੀਂ ਕੁਝ ਕਹਿਣਾ ਹੋਵੇ ਤੇ ਤੁਸੀਂ ਕਹਿ ਸਕਦੇ ਹੋ। ਦੇਖੋ ਜੀ, ਇਹ ਹੁਣ 7ਵਾਂ ਕੇਸ ਆ ਜਿਹਦੇ ਵਿੱਚ ਮੁਲਾਜ਼ਮਾਂ ਨੂੰ ਸਜ਼ਾ ਮਿਲੀ। 2018 ਵਿੱਚ ਜਿਹੜੇ ਕੇਸਾਂ 'ਚ ਸਟੇ ਟੁੱਟੀ ਸੀਗੀ, CBI ਵਰਸਸ ਰਘਬੀਰ ਸਿੰਘ, ਫਿਰ ਉਸ ਤੋਂ ਬਾਅਦ CBI ਵਰਸਸ ਜਸਪਾਲ ਸਿੰਘ, ਫਿਰ ਨਰਿੰਦਰ ਮੱਲੀ ਦਾ ਕੇਸ ਹੋਇਆ ਜਿਹਦਾ ਮੈਂ ਜ਼ਿਕਰ ਕੀਤਾ ਸੀਗਾ, CBI ਜੋਗਿੰਦਰ ਸਿੰਘ, ਤਾਂ ਫਿਰ ਬਾਬਾ ਚਰਨ ਸਿੰਘ ਵਾਲੇ ਜਿਹੜੇ 4 ਕੇਸ ਸੀਗੇ ਉਹਨਾਂ 'ਚ ਸਜ਼ਾ ਹੋਈ। ਹਾਂਜੀ, CBI ਵਸਨ ਸਿੰਘ, ਤਾਂ ਫਿਰ ਆ ਹੁਣ ਜਿਹੜਾ ਲੇਟੈਸਟ ਕੇਸ ਆ CBI ਮੇਜਰ ਸਿੰਘ। ਤਾਂ ਸਾਡਾ ਕਹਿਣ ਦਾ ਇਹੀ ਆ ਵੀ ਇਹ ਕੇਸ ਪਰਸਿਊ ਕਰਨੇ ਬਹੁਤ ਜ਼ਰੂਰੀ ਨੇ, ਕਿਉਂਕਿ ਇਹ ਜੋ ਨੈਰੇਟਿਵ ਸੀਗਾ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਇੰਨੇ ਵੱਡੀ ਗਿਣਤੀ ਦੇ ਨਾਲ ਇਹ ਜਿਹੜੇ ਕਤਲ ਆ ਜਾਂ ਜਿਹੜੇ ਕਾਂਡ ਹੋਏ ਨਹੀਂ ਹੋਏ, ਮਤਲਬ ਐਗਜ਼ੈਜਰੇਟਿਡ ਗੱਲਾਂ ਆ, ਇਹ ਹਕੀਕਤ ਨਹੀਂ ਹੈਗੀ। ਇਹ ਜੱਜਮੈਂਟਾਂ ਕੱਲੀ ਜੱਜਮੈਂਟਾਂ ਨਾਲ ਇਹ ਸਾਬਤ ਹੋ ਜਾਂਦਾ ਵੀ ਜੋ ਖਾਲੜਾ ਸਾਹਿਬ ਨੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਸੀਗਾ ਵੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਇਹ ਨਸਲਖੁਸ਼ੀ ਹੋਈ ਆ, ਜੈਨੋਸਾਈਡ ਹੋਇਆ, ਕ੍ਰਾਈਮਸ ਅਗੇਂਸਟ ਹਿਊਮੈਨਿਟੀ ਇਹ ਪੰਜਾਬ ਵਿੱਚ ਹੋਇਆ। ਇਹ ਸਾਰੇ ਹਿੰਦੁਸਤਾਨ ਦੀਆਂ ਅਦਾਲਤਾਂ ਵਿੱਚ, ਪੰਜਾਬ ਦੀਆਂ ਅਦਾਲਤਾਂ ਵਿੱਚ ਇਹ ਸਾਰੀਆਂ ਚੀਜ਼ਾਂ ਸਾਬਤ ਹੁੰਦੀਆਂ। ਤਾਂ ਦੂਸਰੀ ਗੱਲ ਇਹ ਆ ਜਿਹੜੀ ਤੁਸੀਂ ਸ਼ੁਰੂ 'ਚ ਗੱਲ ਜ਼ਿਕਰ ਕੀਤੀ ਸੀਗੀ ਵੀ ਜੇ ਇਹੋ ਜਿਹੇ ਕੋਈ ਪਰਿਵਾਰ ਵੀ ਹੈਗੇ ਜਿਹੜੇ ਮਤਲਬ ਇਹ ਪ੍ਰੋਗਰਾਮ ਨੂੰ ਵੀ ਸੁਣਦੇ ਆ, ਉਹਨਾਂ ਦੇ ਅੰਦਰ ਵੀ ਇਹ ਵੀ ਹਜੇ ਜਜ਼ਬਾ ਹੈ, ਕਿਉਂਕਿ ਉਸ ਟਾਈਮ ਇਹੋ ਜਿਹਾ ਸਮਾਂ ਸੀ ਵੀ ਕੋਈ ਸਾਹਮਣੇ ਨਹੀਂ ਸੀ ਆਉਣਾ ਚਾਹੁੰਦਾ, ਡਰ ਸੀਗਾ, ਖੌਫ ਸੀਗਾ, ਮਤਲਬ ਬਹੁਤ ਸਾਰੇ ਤਰ੍ਹਾਂ ਦੇ ਪ੍ਰੈਸ਼ਰ ਸੀਗੇ, ਹਜੇ ਵੀ ਹੈਗੇ। ਅਸੀਂ ਇਹ ਨਹੀਂ ਕਹਿ ਰਹੇ ਵੀ ਬਿਲਕੁਲ ਹੀ ਖਤਮ ਹੋ ਗਏ, ਪਰ ਸਮੇਂ ਦੇ ਹਿਸਾਬ ਨਾਲ ਕੁਝ ਮਾਹੌਲ ਇਹੋ ਜਿਹਾ ਬਣ ਗਿਆ ਆ ਵੀ ਮਤਲਬ ਇੰਨਾ ਧੱਕਾ ਨਹੀਂ ਕਰ ਸਕਦੇ ਜਿੰਨਾ ਅੱਗੇ ਕਰਦੇ ਸੀਗੇ। ਤਾਂ ਮਤਲਬ ਫਿਰ ਵੀ ਕੁਝ ਸਿਸਟਮਸ ਬਣੇ ਹੋਏ ਆ ਜਿਹਦੇ ਨਾਲ ਗਵਾਹਾਂ ਦੀ ਵੀ ਪ੍ਰੋਟੈਕਸ਼ਨ ਹੋ ਸਕਦੀ ਆ ਤਾਂ ਵਿਕਟਿਮਸ ਦੀ ਵੀ। ਸੋ ਅਸੀਂ ਇਹੀ ਹੱਥ ਜੋੜ ਅਪੀਲ ਕਰਦੇ ਹਾਂ ਵੀ ਜੇ ਕੋਈ ਵੀ ਸੁਣਦਾ ਆ ਸਾਡੇ ਨਾਲ ਸੰਪਰਕ ਕਰਨ। ਇਹੋ ਜਿਹੇ ਕੇਸ ਜੇ ਉਹਨਾਂ ਦੇ ਚੱਲਦੇ ਆ ਤਾਂ ਉੱਥੇ ਦੇ ਉੱਥੇ ਖੜੇ ਆ, ਚਾਹੇ ਉਹ ਨਵੇਂ ਸਿਰ ਤੋਂ ਲਾਉਣਾ ਚਾਹੁੰਦੇ ਆ ਤਾਂ ਸਾਡੇ ਨਾਲ ਸੰਪਰਕ ਕਰੇ। ਤਾਂ ਬਾਕੀ ਜਿਸ ਤਰ੍ਹਾਂ ਤੁਸੀਂ ਇਹ ਸਾਰੀ ਗੱਲ ਨੂੰ ਹਾਈਲਾਈਟ ਕਰਦੇ ਆ, ਤੁਸੀਂ ਵੀ ਗਾਹਾਂ ਕਰਦੇ ਰਹੋ, ਕਿਉਂਕਿ ਇਹ ਗੱਲ ਹਜੇ ਮਤਲਬ ਕੋਈ ਇਤਿਹਾਸਕ ਚੀਜ਼ ਨਹੀਂ ਬਣੀ। ਮਤਲਬ ਇਹ ਮੌਜੂਦਾ ਮਤਲਬ ਲੜਾਈ ਲੜ ਰਹੇ ਆ ਪੰਜਾਬ ਵਿੱਚ। ਮਾਤਾ ਦੀ ਉਮਰ ਹੈਗੀ 87 ਸਾਲ ਦੀ, ਤਾਂ ਮਤਲਬ ਤੁਸੀਂ ਇਹ ਦੇਖ ਸਕਦੇ ਹੋ ਵੀ 87 ਸਾਲ ਦੀ ਉਮਰ ਵਿੱਚ ਜੇ ਇਹ ਲੜਾਈ ਲੜ ਸਕਦੇ ਆ ਤਾਂ ਮਤਲਬ ਹੋਰ ਕੌਮਾਂ ਨੇ ਵੀ ਆਪਣੇ ਕੇਸ ਲੜੇ ਹੋਏ। ਯਹੂਦੀ ਕੌਮਾਂ ਨੇ ਮਤਲਬ 50-60 ਸਾਲ ਬਾਅਦ ਵੀ ਕਨਵਿਕਸ਼ਨ ਲਵਾਈਆਂ ਸੀਗੀਆਂ। ਉਹ ਨਾਜ਼ੀ ਗਾਰਡ ਜਿਨ੍ਹਾਂ ਨੇ ਯਹੂਦੀਆਂ ਦੇ ਉੱਤੇ ਇੰਨੇ ਵੱਡੇ ਤਸ਼ੱਦਦ ਕੀਤੇ ਸੀਗੇ। ਹੋਰ ਮੁਲਕਾਂ 'ਚ ਕੰਬੋਡੀਆ ਵਿੱਚ ਵੀ ਜਿਹੜੇ 1970 ਤੋਂ ਲੈ ਕੇ 82 ਤੱਕ ਉੱਥੇ ਦੇ ਜਿਹੜੇ ਕਤਲੇਆਮ ਹੋਏ ਸੀਗੇ ਉਹ ਵੀ ਕੇਸ ਪਰਸਿਊ ਕੀਤੇ ਗਏ। ਤਾਂ ਇਹ ਮਤਲਬ ਜੇ ਦੇਖਿਆ ਜਾਵੇ ਮਤਲਬ ਇੰਨਾ ਸਮਾਂ ਨਹੀਂ ਬੀਤਿਆ ਜਿਹਦੇ ਨਾਲ ਅਸੀਂ ਇਹ ਕਹਿ ਸਕਦੇ ਸਾਰੇ ਕੇਸ ਗਏ ਗੁਜ਼ਰੇ ਹੋਏ ਆ। ਮਤਲਬ ਹਜੇ ਵੀ ਬਹੁਤ ਕੁਝ ਹੋ ਸਕਦਾ, ਸਿਰਫ ਪੂਰੀ ਕਮਿਊਨਿਟੀ ਦਾ ਸਹਿਯੋਗ ਚਾਹੀਦਾ। ਤਾਂ ਮਤਲਬ ਜਿਹੜੇ ਵਿਕਟਿਮਸ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਇਹਨਾਂ ਦੀ ਬਾਂਹ ਫੜੀਏ ਤਾਂ ਇਹਨਾਂ ਦੇ ਨਾਲ ਖੜੀਏ। ਭਾਜੀ ਜਗਜੀਤ ਸਿੰਘ ਜੀ ਪੰਜਾਬ ਤੋਂ ਨਾਲ ਸਾਡੇ ਪਹਿਲਾਂ ਬਲਜਿੰਦਰ ਸਿੰਘ ਬਾਜਵਾ ਸਾਹਿਬ, ਉਹਨਾਂ ਦਾ ਵੀ ਧੰਨਵਾਦ। ਮਾਤਾ ਜੀ ਜਿਹੜੇ ਸਾਡੇ ਮਾਤਾ ਸਵਰਨ ਕੌਰ, ਜਿਹਨਾਂ ਨੂੰ ਬਹੁਤ ਮੈਂ ਕਹਿੰਦਾ ਕਿ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ। ਤੇ ਮੈਂ ਉਹਨਾਂ ਦੂਜੀਆਂ ਮਾਤਾਵਾਂ ਨੂੰ ਵੀ ਬੇਨਤੀ ਕਰਦਾ, ਉਹਨਾਂ ਭੈਣਾਂ ਨੂੰ ਬੇਨਤੀ ਕਰਦਾ, ਇਹਨਾਂ ਵੱਲ ਦੇਖੋ। ਇਸ ਉਮਰ ਦੇ ਵਿੱਚ 87 ਸਾਲ ਦੀ ਉਮਰ ਤੱਕ ਪਰ ਇਹਨਾਂ ਨੇ ਗੁਰੂ ਤੇ ਭਰੋਸਾ ਨਹੀਂ ਛੱਡਿਆ ਤੇ ਗੁਰੂ ਤੇ ਵਿਸ਼ਵਾਸ, ਤੇ ਉਹ ਕਾਤਲਾਂ ਨੂੰ ਸਲਾਖਾਂ ਦੇ ਪਿੱਛੇ ਸਾਡੇ ਬਾਜਵਾ ਸਾਹਿਬ, ਜਗਜੀਤ ਸਿੰਘ ਬਾਜਵਾ, ਭਾਈ ਬਲਜਿੰਦਰ ਸਿੰਘ ਬਾਜਵਾ,
ਆਪਣੇ ਭਾਈ ਸਤਨਾਮ ਸਿੰਘ ਬੈਂਸ, ਇਹਨਾਂ ਦੀ ਇੱਕ ਬੜੀ ਵੱਡੀ ਟੀਮ ਹੈ ਨੌਜਵਾਨਾਂ ਦੀ, ਕਿ ਇਹ ਵੀ ਮਦਦ ਬਹੁਤ ਜ਼ਿਆਦਾ ਕਰ ਰਹੇ ਨੇ। ਤੁਹਾਨੂੰ ਮੈਂ ਇੱਕ ਗੱਲ ਦੱਸ ਦੇਵਾਂ, ਇਹ ਕੰਮ ਸੌਖਾ ਨਹੀਂ, ਵਕੀਲਾਂ ਨੂੰ ਵੀ ਡਰ ਹੈ। ਇਹ ਮੈਂ ਤੁਹਾਨੂੰ, ਜੇ ਆਪਾਂ ਗੱਲ ਕਰਦੇ ਹਾਂ ਭਾਈ ਜਸਵੰਤ ਸਿੰਘ ਖਰੜਾ ਸਾਹਿਬ, ਉਹ ਵੀ ਖੁਦ ਆਫਿਸਰ, ਉਹ ਵੀ ਵੱਡੀ ਜੌਬ ਤੇ ਸਾਨੂੰ, ਸੋ ਉਹਨਾਂ ਦੇ ਨਾਲ ਵੀ ਸਿਰਫ ਆਪਣੇ 2 ਦੋਸਤਾਂ ਨੂੰ ਲੱਭਣ ਗਿਆ ਨੂੰ ਉਹਨਾਂ ਨੂੰ ਵੀ ਮੁੜ ਕੇ ਗਾਇਬ ਕਰਤਾ। ਬੇਸ਼ੱਕ ਉਹਨਾਂ ਨੇ ਇੱਕ ਡਾਕੂਮੈਂਟ ਬਣਾ ਦਿੱਤਾ ਕਿ ਜਿਹੜਾ ਕਿ ਦੁਨੀਆ ਰਹਿੰਦੀ ਦੁਨੀਆ ਤੱਕ ਹੋਊਗਾ ਕਿ ਪੰਜਾਬ ਦੇ ਵਿੱਚ ਸਾਡੀ ਨਸਲਕੁਸ਼ੀ ਕੀਤੀ ਕਿੱਦਾਂ ਗਈ। ਪਹਿਲਾਂ ਸਾਡੇ ਧਾਰਮਿਕ ਸਥਾਨਾਂ ਤੇ ਹਮਲਾ, ਉਹਦੇ ਤੋਂ ਬਾਅਦ ਲਗਾਤਾਰ ਪੰਜਾਬ ਦੀ ਨੌਜਵਾਨੀ ਨੂੰ 20 ਸਾਲ ਕੋਹ ਕੇ ਮਾਰਿਆ ਗਿਆ, ਪਰ ਗੱਲ ਸੁਣਨ ਵਾਲਾ ਕੋਈ ਨਹੀਂ। ਇਹ ਜਿਹੜੇ ਸਾਡੇ ਵੀਰ ਨੇ ਸਾਰੇ, ਇਹਨਾਂ ਦਾ ਜਿਹੜਾ ਪੈਨਲ ਆ ਲਾਪਤਾ ਪੰਜਾਬ ਵਾਲੇ, ਸਾਡੇ ਭਾਜੀ ਸਾਹਿਬ ਸਾਰੇ ਜਿੰਨੇ ਮੈਂ ਕਹਾਂਗਾ, ਇਹਨਾਂ ਨੂੰ ਵੀ ਅਰਦਾਸ ਬੇਨਤੀ ਕਰਿਆ ਕਰੋ ਇਹਨਾਂ ਦੇ ਵਾਸਤੇ ਵੀ ਇਹ ਚੜ੍ਹਦੀ ਕਲਾ 'ਚ ਇਸੇ ਤਰ੍ਹਾਂ ਡਟੇ ਰਹਿਣ, ਕਿਉਂਕਿ ਸਾਡੀ ਲੜਾਈ ਆ ਇੱਕ ਤੇ ਲੜਾਈ ਹੁੰਦੀ ਆ ਵੀ ਬੰਦਾ ਐਕਸੀਡੈਂਟ 'ਚ ਮਾਰਿਆ ਜਾਂਦਾ, ਇਹ ਲੜਾਈ ਆ ਕਿ ਸਾਨੂੰ ਨਿਸ਼ਾਨਦੇਹੀ ਕਰਕੇ, ਜਿਵੇਂ ਦਿੱਲੀ ਦੇ ਵਿੱਚ ਸਾਡੀ ਨਿਸ਼ਾਨਦੇਹੀ ਘਰਾਂ ਦੀ ਕਰਕੇ ਉੱਥੇ ਸਾਡੇ ਜਿਹੜੇ ਸਿੱਖ ਨੌਜਵਾਨ ਭੈਣਾਂ ਮਾਤਾਵਾਂ ਦੀ ਇੱਜ਼ਤ ਲੁੱਟੀ ਗਈ, ਛੋਟੇ ਛੋਟੇ ਬੱਚਿਆਂ ਨੂੰ ਕੁੱਕਰਾਂ 'ਚ ਭੰਨਿਆ ਗਿਆ, ਉਹੀ ਲੜਾਈ ਪੰਜਾਬ ਦੇ ਵਿੱਚ ਨਿਸ਼ਾਨਦੇਹੀ ਤੇ ਹੋਈ ਆ। ਘਰੋਂ ਚੱਕ ਕੇ ਮੁੜ ਕੇ ਵਾਪਸ ਆਏ ਨਹੀਂ। ਵੱਡੇ ਵੱਡੇ ਚਿਹਰੇ ਜਿਹੜੇ ਆ ਉਹਨਾਂ ਨੂੰ ਚੱਕ ਕੇ ਪੁਲਿਸ ਨੇ, ਇੰਨੀ ਗੁੰਡਾਗਰਦੀ, ਇੰਨੀ ਮਤਲਬ ਦਹਿਸ਼ਤ ਵਾਲਾ ਮਾਹੌਲ ਜਿਹੜਾ, ਉਹ ਮੈਨੂੰ ਨਹੀਂ ਲੱਗਦਾ ਜੇ ਅੱਜ ਦੇ ਸਮੇਂ ਦੇ ਵਿੱਚ ਜਿੱਦਾਂ ਦੇ ਬੱਚੇ ਅੱਜ ਕੱਲ੍ਹ ਨੇ, ਮਤਲਬ ਕਿ ਨਾਜ਼ੁਕੀ ਹੈ ਤਕਰੀਬਨ ਲੋਕ, ਪੰਜਾਬ ਦਾ ਮਾਹੌਲ ਉਸ ਵੇਲੇ ਦਾ ਦੇਖੋ ਕਿਹੋ ਜਿਹਾ ਹੋਵੇਗਾ ਕਿ ਜਿਹੜੇ ਹਰ ਪਾਸੇ ਸ਼ਾਮਾਂ ਪੈਂਦੀਆਂ ਸੀ ਨਾ, ਸੁੰਨਸਾਨ ਹੋ ਜਾਂਦੀ ਸੀ। ਅਸੀਂ ਤੇ ਉਦੋਂ ਬੱਚੇ ਸਾਂ, ਉਹਨੂੰ ਮੈਨੂੰ ਯਾਦ ਹੈ ਕਿ 84 'ਚ ਮੇਰੀ ਉਮਰ 11 ਕੁ ਸਾਲ ਦੀ ਸੀਗੀ। ਉਸ ਸਮਾਂ ਮੈਂ ਦੇਖਿਆ, ਹੰਢਾਇਆ ਆਪਣੇ ਦੇਖਿਆ ਆਲੇ ਦੁਆਲੇ ਵੀ ਮਾਤਾਵਾਂ ਵਿਚਾਰੀਆਂ ਦੇ ਰਾਤ ਨੂੰ ਸਾਹ ਚੁੱਕੇ ਹੁੰਦੇ ਸੀ, ਕਿਤੇ ਬੱਚਾ ਉਹਨਾਂ ਦਾ ਭਾਵੇਂ ਲਾਗਲੇ ਪਿੰਡ 'ਚ ਹੀ ਜਾਂਦਾ ਸੀ ਜਦ ਤੱਕ ਘਰ ਨਹੀਂ ਸੀ ਮੁੜਦਾ। ਬਾਈ ਜੀ ਮੈਨੂੰ ਲੱਗਦਾ ਆਪਾਂ ਇੱਥੇ ਹੁਣ ਗੱਲ ਸੰਕੋਚੀਏ ਜਾਂ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ? ਪ੍ਰੋਗਰਾਮ ਮੈਨੂੰ ਲੱਗਦਾ ਕਾਫੀ ਵੱਡਾ ਹੋ ਗਿਆ ਆਪਣਾ, ਤੇ ਜੇ ਕੁਝ ਕਹਿਣਾ ਹੋਵੇ ਤੇ ਤੁਸੀਂ ਕਹਿ ਸਕਦੇ। ਦੋਨਾਂ ਚੋਂ ਜਿਹਨੇ ਵੀ ਕੁਝ ਕਹਿਣਾ, ਭਾਈ ਜਗਦੀਪ ਸਿੰਘ ਜੀ ਕੋਈ ਐਡ ਕਰਨਾ ਜਾਂ ਸਤਨਾਮ ਸਿੰਘ, ਜਾਂ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰ ਦਈਏ? ਮੈਂ ਤੁਹਾਡੇ ਮਾਧਿਅਮ, ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਚਾਹੁੰਦਾ ਵੀ ਦੇਖੋ, ਜਿਹੜੇ ਇਹ ਕੇਸ ਨੇ ਅਜੇ ਵੀ 25 ਕੇਸ ਅਜੇ CBI ਕੋਰਟਾਂ ਦੇ ਵਿੱਚ ਪੈਂਡਿੰਗ ਚੱਲ ਰਹੇ ਆ। ਇੱਕ ਪਾਸੇ ਜਿਹੜਾ ਪੂਰਾ ਹਿੰਦੁਸਤਾਨ ਦੇ ਮੁਲਕ ਦਾ ਸਿਸਟਮ ਕੰਮ ਕਰ ਰਿਹਾ, ਜਿਹੜਾ ਕਿ ਚਾਹੁੰਦਾ ਵਾ ਵੀ ਇਹ ਜਿਹੜੇ ਦੋਸ਼ੀ ਮੁਲਾਜ਼ਮ ਨੇ ਉਹ ਬਚ ਜਾਣ, ਤੇ ਉਹ ਜਿਹੜੇ ਗਵਾਹ ਨੇ ਤੇ ਜਿਹੜੇ ਵਿਕਟਮ ਪਰਿਵਾਰ ਨੇ ਉਹਨਾਂ ਨੂੰ ਵੱਡੀਆਂ ਲੱਖਾਂ ਰੁਪਈਆ, ਕਰੋੜਾਂ ਰੁਪਈਆ ਦੀਆਂ ਆਫਰਾਂ ਕਰ ਰਿਹਾ। ਤੇ ਇੱਕ ਪਾਸੇ ਜਿਹੜੇ ਗਰੀਬ ਪਰਿਵਾਰ ਨੇ ਜਿਨ੍ਹਾਂ ਕੋਲ ਕੋਰਟ ਤੱਕ ਜਿਹੜਾ ਮਤਲਬ ਇਹ ਕੇਸ ਜਿਹੜੇ ਹੈਗੇ ਨੇ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਆ, ਤੇ ਮੁਹਾਲੀ ਇੱਥੋਂ ਪੈਂਦਾ 250 ਕਿਲੋਮੀਟਰ, ਜਿਨ੍ਹਾਂ ਕੋਲ ਕੋਰਟ ਦੇ ਵਿੱਚ ਜਾਣ ਲਈ ਕਿਰਾਇਆ ਤੱਕ ਵੀ ਨਹੀਂ ਹੁੰਦਾ, ਉਹਨਾਂ ਪਰਿਵਾਰਾਂ ਨਾਲ ਡਾਇਰੈਕਟ ਸੰਪਰਕ ਕਰਕੇ ਤੇ ਉਹਨਾਂ ਦੀ ਜਿਹੜੀ ਆ ਹੈਲਪ ਕਰਨ। ਜਿਹੜੇ ਵੀ ਲੋਕ ਚਾਹੁੰਦੇ ਨੇ ਆਪ ਵੇਖਣਾ ਤੇ ਇਨਸਾਫ ਹੋਣਾ ਚਾਹੀਦਾ, ਉਹਨਾਂ ਨੂੰ ਇਹਨਾਂ ਪਰਿਵਾਰਾਂ ਦੇ ਨਾਲ ਖੜਨਾ ਚਾਹੀਦਾ। ਇਹਨਾਂ ਦੀ ਆਰਥਿਕ ਮਦਦ ਤੇ ਜਿਹੜੀ ਵਿਅਕਤੀਗਤ ਮਦਦ ਆ ਉਹ ਕਰਨੀ ਚਾਹੀਦੀ ਆ, ਤੇ ਜਿੱਥੇ ਵੀ ਇਹਨਾਂ ਪਰਿਵਾਰਾਂ ਨੂੰ ਲੋੜ ਪੈਂਦੀ ਆ ਇਹਨਾਂ ਦੇ ਹੱਕ ਦੇ ਵਿੱਚ ਬੋਲਣਾ ਚਾਹੀਦਾ ਵਾ। ਇਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੇ ਤੁਹਾਡੇ ਰਾਹੀਂ ਸਾਰੀ ਸਿੱਖ ਸੰਗਤ ਨੂੰ ਅਪੀਲ ਕਰਦਾ। ਬਿਲਕੁਲ ਧੰਨਵਾਦ ਭਾਜੀ ਜਗਦੀਪ ਸਿੰਘ ਜੀ। ਤੁਸੀਂ, ਮੈਂ ਭਾਈ ਸਤਨਾਮ ਸਿੰਘ ਉਹਨਾਂ ਨਾਲ ਗੱਲ ਕਰਦਾ, ਤੁਸੀਂ ਮੈਨੂੰ ਲਿਸਟ ਪ੍ਰੋਵਾਈਡ ਕਰੋ ਕੇਸਾਂ ਦੀ, ਉਹਨਾਂ ਦੇ ਐਡਰੈਸ ਤੇ ਮੈਂ ਖੁਦ ਆਪ ਇੱਥੇ ਖੜ ਕੇ ਸੰਗਤਾਂ ਨੂੰ ਬੇਨਤੀ ਕਰਾਂਗਾ, ਕਿਉਂਕਿ ਬਹੁਤ ਜ਼ਰੂਰਤ ਹੈ। ਬਾਈ ਜੀ ਉਹਨਾਂ ਨੇ ਦੱਸਿਆ ਵੀ ਇਹ ਖਰਚੇ ਵੀ ਬਹੁਤ ਹੈ, ਇੱਕ ਡਰ ਵੀ ਬਹੁਤ ਹੈ, ਇੱਕ ਪਿੱਛੇ ਪ੍ਰੋਬਲਮ ਪੰਜਾਬ ਦੀ ਤੁਸੀਂ ਇਹ ਦੇਖੋ ਵੀ ਇੱਕ ਆਂਢ ਗੁਆਂਢ ਕਹਿੰਦਾ ਛੱਡੋ ਹੁਣ ਤਾਂ ਬਹੁਤ ਸਮਾਂ ਹੋ ਗਿਆ, ਨਹੀਂ, ਇਹ ਜ਼ਾਲਮ ਲੋਕਾਂ ਨੂੰ ਬਖਸ਼ਣਾ ਨਹੀਂ ਚਾਹੀਦਾ। ਜੇ ਮੌਕਾ ਸਾਡੇ ਕੋਲ ਟੀਮ ਵਧੀਆ, ਭਾਜੀ ਸਤਨਾਮ ਸਿੰਘ ਵਰਗੇ ਬੰਦੇ ਵਧੀਆ, ਇੰਡੀਆ ਜਿਹਨਾਂ ਦੀ ਟੀਮ ਹੈ, ਇਹ ਤੁਸੀਂ ਇੱਥੇ ਇੰਗਲੈਂਡ ਦੀ ਧਰਤੀ ਤੋਂ, ਇਹਨਾਂ ਨੂੰ ਕੀ ਲੋੜ ਆ ਪੰਜਾਬ 'ਚ, ਪਰ ਇੱਕ ਦਰਦ ਹੈ। ਤੇ ਮੈਂ ਕਹਾਂਗਾ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ, ਮਹਾਰਾਜ ਇਸੇ ਤਰ੍ਹਾਂ ਇਹਨਾਂ ਤੇ ਟੀਮ ਤੇ ਬਣਾਈ ਰੱਖੇ, ਤੇ ਉਹਨਾਂ ਪਰਿਵਾਰਾਂ ਦਾ ਹੱਥ ਵੀ ਅਸੀਂ ਫੜੀਏ। ਭਾਜੀ ਜਗਦੀਪ ਸਿੰਘ ਜੀ ਤੁਹਾਡਾ ਧੰਨਵਾਦ, ਭਾਜੀ ਆਪਣੇ ਬਲਜਿੰਦਰ ਸਿੰਘ ਜੀ ਤੁਹਾਡਾ, ਬਾਜਵਾ ਸਾਹਿਬ ਤੁਹਾਡਾ ਵੀ ਧੰਨਵਾਦ, ਮਾਤਾ ਜੀ ਦਾ ਸਪੈਸ਼ਲ ਭਾਈ ਮਲਕੀ ਸਿੰਘ ਉਹਨਾਂ ਦਾ ਧੰਨਵਾਦ, ਤੇ ਸਪੈਸ਼ਲ ਸਾਡੇ ਸਤਨਾਮ ਸਿੰਘ ਬੈਂਸ ਹੈ। ਮੈਂ ਇੱਥੇ ਸੰਗਤਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ, KTV ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਦਾ, ਤੇ KTV ਦੀ ਡਿਊਟੀ ਵੀ ਬਣਦੀ ਹੈ। ਭਾਜੀ ਸਤਨਾਮ ਸਿੰਘ ਸਾਡੇ ਆਪਣੇ ਇਹ ਸਾਡੇ ਭਰਾ ਛੋਟੇ ਵੀਰ ਨੇ, ਮੈਂ ਇਹਨਾਂ ਲਈ ਵੀ ਅਸੀਂ ਹਮੇਸ਼ਾ ਖੜੇ ਇਹਨਾਂ ਦੇ, ਜਿੱਥੇ ਵੀ ਇਹ ਕਹਿਣ KTV ਇਹਨਾਂ ਦੇ ਨਾਲ, ਇਹਨਾਂ ਦੀ ਆਵਾਜ਼
ਲੋਕਾਂ ਤੱਕ ਪਹੁੰਚਾਉਣ ਲਈ ਸੱਤੇ ਪੈਰ ਜਿਹੜਾ ਉਹ ਖੜਾ ਹੈ। ਤੇ ਪ੍ਰੋਗਰਾਮ ਕਰਦਿਆਂ ਕੋਲੋਂ ਕਈ ਵਾਰੀ ਊਣਤਾਈਆਂ ਰਹਿ ਜਾਂਦੀਆਂ ਨੇ, ਇਨਸਾਨ ਹੈ, ਕਿਉਂਕਿ ਪ੍ਰੋਗਰਾਮ ਜਦੋਂ ਆਪਾਂ ਇਹ ਇਦਾਂ ਦਾ ਪ੍ਰੋਗਰਾਮ ਹੈ, ਇਹ ਤਕਲੀਫ ਵੀ ਬਹੁਤ ਦਿੰਦਾ। ਪ੍ਰੋਗਰਾਮ ਕਰਦਿਆਂ ਤਕਲੀਫ ਹੁੰਦੀ ਹੈ, ਕਿਉਂਕਿ ਜਦੋਂ ਮਾਤਾ ਜੀ ਦੇ ਆਵਾਜ਼ ਉਹਨਾਂ ਦੀ ਜਦੋਂ ਕੰਨਾਂ 'ਚ ਪਈ ਹੈ ਨਾ, ਮਤਲਬ ਮੈਂ ਜੋ ਕਹਿਣਾ ਚਾਹੁੰਦਾ ਸੀ ਉਹ ਮੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਇਹ ਗੱਲ ਨੂੰ ਐਡਰੈਸ ਕਿੱਦਾਂ ਕਰਾਂ, ਕਿਉਂਕਿ ਇੰਨੇ ਸਾਲ ਹੋ ਗਏ ਨੇ 1991 ਤੋਂ ਲੈ ਕੇ। ਤੁਸੀਂ ਸੋਚ ਕੇ ਦੇਖੋ ਇੱਕ ਮਾਂ ਦਾ ਜਿਹੜਾ ਉਹਦੇ ਨਾਲ ਕੀ ਬੀਤੇ ਹੋਏਗੀ। ਫਿਰ ਉਸ ਤੋਂ ਬਾਅਦ ਉਸ ਭੈਣ ਦੇ ਨਾਲ ਜਿਹਦੇ ਭਾਈ ਸੰਤੋਖ ਸਿੰਘ ਜੀ ਦੇ ਸਿੰਘਣੀ ਘਰੋਂ ਨੇ ਜਿਹੜੇ, ਫਿਰ ਗਾਂ ਬੱਚਿਆਂ ਦੇ ਨਾਲ ਸਾਰਾ ਪਰਿਵਾਰ ਸਫ਼ਰ ਕਰਦਾ ਰਿਸ਼ਤੇਦਾਰਾਂ ਤੱਕ। ਸੋ ਅਸੀਂ ਇੱਥੇ ਪ੍ਰੋਗਰਾਮ ਨੂੰ ਸੰਕੋਚਦੇ ਹਾਂ, ਪ੍ਰੋਗਰਾਮ ਨਿਭਾਉਂਦਿਆਂ ਕੋਈ ਗਲਤੀ ਰਹਿ ਗਈ ਹੋਵੇ ਤੇ ਮੈਂ ਦੋਨੋਂ ਹੱਥ ਜੋੜ ਕੇ ਮਾਫੀ ਮੰਗਦਾ। ਕੋਸ਼ਿਸ਼ ਕਰਾਂਗੇ ਇਹਨਾਂ ਚੀਜ਼ਾਂ ਨੂੰ ਵੱਧ ਤੋਂ ਵੱਧ ਹਾਈਲਾਈਟ ਕਰੀਏ, ਲੋਕ ਅੱਗੇ ਆਉਣ ਤੇ ਭਾਜੀ ਸਤਨਾਮ ਸਿੰਘ ਉਹਨਾਂ ਦੀ ਟੀਮ ਦੇ ਨਾਲ ਲਾਪਤਾ ਪੰਜਾਬ ਦੇ ਨਾਲ ਕੰਟੈਕਟ ਕਰਨ। ਇਹ ਤੁਹਾਡੀ ਜਿਹੜੀ ਆ ਇੱਕ ਗੱਭੇ ਮਲਾਹ ਬਣ ਕੇ ਇਹ ਇਨਸਾਫ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਮੈਨੂੰ ਦਿਓ ਇਜਾਜ਼ਤ। ਅਖੀਰ ਵਿੱਚ ਸਾਡਾ ਸਾਰਿਆਂ ਦਾ ਧੰਨਵਾਦ। ਫਤਿਹ ਦਾ ਜਵਾਬ ਫਤਿਹ ਜੀ। ਗੱਜ ਵੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।